आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਲਪ ਬੈਸ ਮਹਸਮਤ ਕਰ, ਪ੍ਰਣ ਠਾਨਿਓ ਹਰ ਰਾਏ। ਬਾਕ ਪਿਤਾਮੇ ਕੇ ਸੁਨੇ, ਰਾਖੇ ਹਿਰਦੇ ਟਿਕਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪ ਜੀ ਹਰ ਰੋਜ਼ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰੂ ਜੀ, ਜੋ ਕਿ ਸ੍ਰੀ ਕੀਰਤਪੁਰ ਸਾਹਿਬ ਵਿਖੇ ਅਨੰਤ ਜੀਵਾਂ ਦਾ ਉਧਾਰ ਕੀਤਾ ਹੈ। ਸੇਵਾ ਸਿਮਰਨ ਜਪ ਤਪ ਭਗਤ ਬੰਦਗੀ, ਸ਼ਾਂਤ ਰਸ ਬੀਰ ਰਸ, ਸਾਰੇ ਹੀ ਰਸਾਂ ਵਿੱਚ ਪੂਰੇ ਸਤਿਗੁਰੂ ਆਪ ਜੀ ਨੇ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਆਗਿਆ ਦਿੱਤੀ ਤਾਂ ਉਹ ਯੂਪੀ ਦੇ ਵਿੱਚ ਜਾ ਕੇ ਬਾਬਾ ਸੁੰਦਰ ਸ਼ਾਹ ਨੂੰ ਮਿਲੇ ਅਤੇ ਆਪਣਾ ਚੋਲਾ ਛੱਡ ਗਏ। ਉਹਨਾਂ ਦੇ ਪੁੱਤਰ ਬਾਬਾ ਲਾਲ ਚੰਦ ਜੀ ਗੁਰੂ ਘਰ ਦੀ ਸੇਵਾ 'ਚ ਹਾਜ਼ਰ ਹੋ ਗਏ। ਫਿਰ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਸੰਗ ਆਪਾਂ ਕੱਲ੍ਹ ਸਰਵਣ ਕੀਤਾ ਸੀ ਕਿ ਚੋਲੇ ਦੇ ਨਾਲ ਅੜ ਕੇ ਫੁੱਲ ਟੁੱਟ ਗਿਆ ਅਤੇ ਮਹਾਰਾਜ ਨੇ ਆਖਿਆ ਜੇ ਚੋਲਾ ਵੱਡਾ ਪਾਈਏ ਅਤੇ ਉਹਨੂੰ ਸਾਂਭ ਕੇ ਰੱਖੀਦਾ ਹੈ। ਭਾਵ ਇਹ ਸੀ ਵੀ ਜ਼ਿੰਮੇਵਾਰੀ ਵੱਡੀ ਹੋਵੇ ਅਤੇ ਉਹਨੂੰ ਸੰਭਾਲੀਦਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਨੂੰ ਗੁਰੂ ਹਰਿਰਾਏ ਸਾਹਿਬ ਨੇ ਸੁਣਦੇ ਸਾਰ ਆਪਣੇ ਚੋਲੇ ਦੀਆਂ 101 ਕਲੀਆਂ ਇਕੱਠੀਆਂ ਕਰ ਲਈਆਂ ਅਤੇ ਖੱਬੀ ਬਾਂਹ ਦੇ ਉੱਤੇ ਟਿਕਾ ਲਿਆ। ਸਾਰੀ ਜ਼ਿੰਦਗੀ 31 ਸਾਲ ਦੁਨੀਆ ਵਿੱਚ ਮਹਾਰਾਜ ਸਤਿਗੁਰੂ ਜੀ ਰਹੇ ਹਨ। 31 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ ਸਨ। 14 ਸਾਲ ਦੀ ਉਮਰ 'ਚ ਗੁਰੂ ਬਣੇ ਸਨ, ਗੁਰਤਾ ਗੱਦੀ 'ਤੇ ਬੈਠੇ। 17 ਸਾਲ ਗੁਰਿਆਈ ਗੱਦੀ ਕੀਤੀ। 1630 ਦਾ ਮਹਾਰਾਜ ਦਾ ਅਵਤਾਰ ਸੀਗਾ ਅਤੇ 1661 ਵਿੱਚ ਜੋਤੀ ਜੋਤ ਸਮਾਏ ਗੁਰੂ ਹਰਿਰਾਏ ਸਾਹਿਬ ਜੀ। ਆਪ ਜੀ ਨੇ ਜਿੰਨਾ ਵੀ ਸਮਾਂ ਉਸ ਹੁਕਮ ਤੋਂ ਬਾਅਦ ਮਹਾਰਾਜ ਦਾ ਹੁਕਮ ਮੰਨਿਆ, ਚੋਲਾ ਕਦੀ ਵੀ ਖਿਲਾਰ ਕੇ ਨਹੀਂ ਤੁਰੇ। ਪਾਇਆ ਵੀ 101 ਕਲੀਆਂ ਦਾ, ਉਹ ਵੀ ਛੋਟਾ ਨਹੀਂ ਕੀਤਾ। ਆਪਣੀ ਮਰਿਆਦਾ ਵੀ ਰੱਖਣੀ ਹੈ, ਰੱਖਣੀ ਵੀ ਮਰਿਆਦਾ ਜਿਹੜੀ ਹੈ ਉਹ ਦਾਇਰੇ ਵਿੱਚ ਰਹਿ ਕੇ, ਗੁਰੂ ਦੇ ਹੁਕਮ ਵਿੱਚ ਰਹਿ ਕੇ ਹੁਕਮ ਵੀ ਮੰਨਣਾ ਹੈ। ਇਹ ਸਤਿਗੁਰੂ ਜੀ ਗੁਰੂ ਹਰਿਰਾਏ ਸਾਹਿਬ ਜੀ ਨੇ ਦੱਸਿਆ। ਆਪਣੇ ਜੀਵਨ ਦੁਆਰਾ ਪੂਰਨੇ ਪਾਏ ਨੇ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਸੱਚੇ ਪਾਤਸ਼ਾਹ ਜੀ ਦੀ ਪਾਵਨ ਕਥਾ ਆਰੰਭ ਹੋ ਰਹੀ ਹੈ। ਮਨ ਬਿਰਤੀਆਂ ਗੁਰੂ ਸਾਹਿਬਾਂ ਦੇ ਚਰਨਾਂ 'ਚ ਜੋੜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਲਪ ਬੈਸ ਮਹਸਮਤ ਕਰ, ਕਹਿੰਦੇ ਛੋਟੀ ਉਮਰ ਵਿੱਚ ਹੀ ਇੰਨੇ ਸਿਆਣੇ ਸਨ, ਇੰਨੀ ਸੁਮਤ ਵਾਹਿਗੁਰੂ ਨੇ ਦਿੱਤੀ ਸੀ। ਪ੍ਰਣ ਠਾਨਿਓ ਹਰ ਰਾਏ, ਉਦੋਂ ਹੀ ਇਹ ਪਰਨ ਕਰ ਲਿਆ ਵੀ ਅੱਜ ਤੋਂ ਬਾਅਦ ਚੋਲਾ ਖਿਲਾਰ ਕੇ ਨਹੀਂ ਤੁਰਨਾ। ਬਾਕ ਪਿਤਾਮੇ ਕੇ ਸੁਨੇ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਸੁਣੇ, ਰਾਖੇ ਹਿਰਦੇ ਟਿਕਾਏ। ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖੇ ਹਨ ਬਚਨ ਵੀ ਚੋਲਾ ਵੱਡਾ ਪਾਈਏ ਅਤੇ ਉਹਨੂੰ ਸੰਭਾਲ ਕੇ ਤੁਰੀਦਾ ਹੈ। ਇਹਦਾ ਮਤਲਬ ਹੈ ਵੀ ਸਾਡੇ ਮਨ ਕਰਕੇ, ਜੇ ਸਾਨੂੰ ਵਾਹਿਗੁਰੂ ਨੇ ਬਹੁਤ ਵੱਡੀ ਤਾਕਤ ਦਿੱਤੀ ਹੈ, ਅਸੀਂ ਵੱਡੇ ਬਣ ਗਏ ਹਾਂ। ਮਨ ਕਰਕੇ ਵੀ ਕਿਸੇ ਦਾ ਬੁਰਾ ਨਾ ਹੋਵੇ, ਤਨ ਕਰਕੇ ਵੀ ਕਿਸੇ ਦਾ ਬੁਰਾ ਨਾ ਹੋਵੇ। ਜੇ ਅਸੀਂ ਤੁਰਦੇ ਹੋਏ ਧਰਤੀ ਦੇ ਉੱਤੇ ਦੇਖ ਕੇ ਨਹੀਂ ਤੁਰਦੇ ਤੇ ਸਾਡੇ ਪੈਰਾਂ ਥੱਲੇ ਕੀੜੇ ਮਕੌੜੇ ਆ ਕੇ ਬਹੁਤ ਮਰ ਜਾਂਦੇ ਹਨ। ਉੱਤਮ ਪੁਰਸ਼ਾਂ ਬਾਰੇ ਲਿਖਿਆ ਹੈ, ਜਨ ਉੱਤਮ ਹੇਰ ਧਰਾ ਪਰ ਉੱਤਮ ਪਾਓ ਧਰੇ ਨੈ ਜੰਤ ਮਰੇ। ਉੱਤਮ ਪੁਰਸ਼ ਤਾਂ ਪੈਰ ਵੀ ਜ਼ਮੀਨ 'ਤੇ ਰੱਖਦੇ ਹੈ ਵੀ ਮੇਰੇ ਕੋਲੋਂ ਕਿਤੇ ਬਿਨਾਂ ਮਤਲਬ ਦੇ, ਬਿਨਾਂ ਪ੍ਰਯੋਜਨ ਦੇ ਕਿਸੇ ਜੀਵ ਦੀ ਹੱਤਿਆ ਨਾ ਹੋ ਜਾਵੇ, ਕੋਈ ਕੀੜਾ ਮਕੌੜਾ ਵੀ ਨਾ ਮੇਰੇ ਤੋਂ ਮਾਰਿਆ ਜਾਵੇ। ਇਸ ਤਰ੍ਹਾਂ ਦੀ ਮਹਾਂਪੁਰਸ਼ਾਂ ਦੀ ਬਿਰਤੀ ਹੁੰਦੀ ਹੈ। ਤਾਂ ਫੁੱਲਾਂ ਨੂੰ ਵੀ, ਫੁੱਲਾਂ ਵਿੱਚ ਵੀ ਵਾਹਿਗੁਰੂ ਦੀ ਜੋਤ ਵੇਖੀ ਨਾ। ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੋਰੈ, ਸੋ ਪਾਹਨ ਨਿਰਜੀਓ। ਜੇ ਫੁੱਲਾਂ ਨੂੰ ਵੀ ਨਹੀਂ ਤੋੜਨਾ ਤੇ ਫਿਰ ਕਿਸੇ ਜੀਵ ਦਾ ਬੁਰਾ ਅਸੀਂ ਕਿਵੇਂ ਕਰ ਸਕਦੇ ਹਾਂ। ਸੋ ਇਹ ਮਰਜ਼ਾਦਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ ਰੱਖੀ ਹੈ। ਚੌਪਈ ਸ੍ਰੀ ਹਰਗੋਬਿੰਦ ਪੁੱਤਰ ਨਿਹਾਰਾ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਪਿਆਰੇ ਪੋਤਰੇ ਸ੍ਰੀ ਹਰਿਰਾਏ ਜੀ ਵੱਲ ਵੇਖਿਆ।
ਬਚਨ ਆਪਨੇ ਕੇ ਅਨੁਸਾਰਾ। ਇਹ ਦੇਖਿਆ ਵੀ ਸਾਡਾ ਇਹ ਪੋਤਰਾ ਸਾਡੇ ਬਚਨ ਦੇ ਅਨੁਸਾਰ ਹੀ ਹੈ, ਹੁਕਮ ਦੇ ਵਿੱਚ। ਗੁਰੂ ਘਰ ਦੇ ਵਿੱਚ ਹੁਕਮ ਹੀ ਵੱਡੀ ਚੀਜ਼ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦਾ ਹੁਕਮ ਮੰਨਿਆ ਸੀ। ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਉੱਥੇ ਉੱਪੜ ਨਹੀਂ ਸਕੇ, ਇਸ ਕਰਕੇ ਗੁਰਤਾ ਗੱਦੀ ਉਹਨਾਂ ਨੂੰ ਨਹੀਂ ਮਿਲੀ। ਹਾਲਾਂਕਿ ਉਹ ਵੀ ਬੜੇ ਬੰਦਗੀ ਵਾਲੇ ਮਹਾਂਪੁਰਸ਼ ਸਾਧੂ ਸਨ ਬਾਬਾ ਸ੍ਰੀ ਚੰਦ ਜੀ, ਪਰ ਗੁਰਿਆਈ ਨਹੀਂ ਮਿਲੀ ਉਹਨਾਂ ਨੂੰ। ਕਾਰਨ ਕੀ ਸੀ? ਵੀ ਹੁਕਮ ਨਹੀਂ ਮੰਨਿਆ। ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵੀ 2 ਪੁੱਤਰ ਸਨ, ਬੜੇ ਸਿਆਣੇ, ਬੜੇ ਬੰਦਗੀ ਵਾਲੇ ਸਨ, ਕਰਾਮਾਤਾਂ ਸ਼ਕਤੀਆਂ ਦੇ ਭੰਡਾਰੇ ਸਨ, ਪਰ ਗੁਰੂ ਸਾਹਿਬ ਦਾ ਹੁਕਮ ਉਹ ਵੀ ਨਹੀਂ ਮੰਨ ਸਕੇ। ਇਸ ਕਰਕੇ ਗੱਦੀ ਗੁਰੂ ਅਮਰਦਾਸ ਜੀ ਨੂੰ ਮਿਲੀ। ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਵੀ 2 ਸੁਪੁੱਤਰ ਸਨ, ਬਾਬਾ ਮੋਹਣ ਜੀ ਤੇ ਬਾਬਾ ਮੋਹਰੀ ਜੀ। ਗੁਰਤਾ ਗੱਦੀ ਤੇ ਪਹੁੰਚਣ ਵਾਸਤੇ ਦੋਵਾਂ ਨੂੰ ਮਹਾਰਾਜ ਨੇ ਵੇਖਿਆ ਵੀ ਉਸ ਅਵਸਥਾ 'ਚ ਨਹੀਂ ਪਹੁੰਚ ਸਕੇ ਜਿੱਥੇ ਗੁਰੂ ਰਾਮਦਾਸ ਜੀ ਪਹੁੰਚੇ। ਤੇ ਗੁਰੂ ਰਾਮਦਾਸ ਜੀ ਦੇ 3 ਪੁੱਤਰ ਸਨ। ਛੋਟੇ ਗੁਰੂ ਅਰਜਨ ਦੇਵ ਜੀ ਨੇ ਹੁਕਮ ਮੰਨਿਆ ਤੇ ਗੁਰਤਾ ਗੱਦੀ ਉਹਨਾਂ ਦੇ ਕੋਲ ਗਈ। ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਮਰਜ਼ਾਦਾ ਹੈ ਹੁਕਮ ਮੰਨਣ ਵਾਲਾ। ਸੇਵਕ ਦੀ ਵਸਤੂ ਹੈ ਇਹ, ਸੇਵਕ ਕੀ ਵਸਤ ਸਦੀਵਾ। ਇਹ ਵਸਤੂ ਜਿਹੜੀ ਹੈ ਨਾ ਗੁਰਤਾ ਗੱਦੀ, ਇਹ ਸੇਵਕ ਦੀ ਹੈ ਤੇ ਸੇਵਕ ਨੂੰ ਮਿਲਦੀ ਹੈ। ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਵੇਖਿਆ ਵੀ ਸਾਡਾ ਛੋਟਾ ਪੋਤਰਾ ਹੁਕਮ ਦੇ ਵਿੱਚ ਹੈ, ਸੇਵਾ 'ਚ ਹਾਜ਼ਰ ਹੈ। ਜਬ ਕਬ ਦੇਖਿਆ ਹੈ ਕਰ ਸੋ ਜਾਮਾ। ਜਦੋਂ ਵੀ ਮਹਾਰਾਜ ਦੇਖਦੇ ਆ ਸ੍ਰੀ ਹਰਿਰਾਏ ਜੀ ਵੱਲ, ਉਹ ਹਮੇਸ਼ਾ ਹੁਕਮ 'ਚ ਹੀ ਰਹਿੰਦੇ ਹਨ। ਗਮਨਤ ਸੰਕੋਚਤ ਅਬਿਰਾਮਾ। ਤੇ ਜਦੋਂ ਵੀ ਤੁਰਦੇ ਨੇ, ਹੁਣ ਚੋਲਾ ਜਿਹੜਾ ਸੰਕੋਚ ਕੇ ਤੁਰਦੇ ਨੇ, ਰੋਜ਼ ਹੀ ਗੁਰੂ ਹਰਗੋਬਿੰਦ ਸਾਹਿਬ ਇਸ ਗੱਲ ਨੂੰ ਨੋਟ ਕਰਦੇ ਨੇ ਵੀ ਇਹਨਾਂ ਨੂੰ ਅਸੀਂ ਇੱਕ ਵਾਰੀ ਕਿਹਾ ਸੀ ਵੀ ਚੋਲਾ ਸੰਭਾਲ ਕੇ ਤੁਰੀਦਾ ਹੈ। ਇਹਨਾਂ ਨੇ ਉਹ ਬਚਨ ਪੱਲੇ ਬੰਨ੍ਹ ਲਿਆ। ਗੁਰ ਕਾ ਬਚਨ ਲੈ ਬਾਂਧਿਓ ਪਾਲੇ। ਗੁਰੂ ਦਾ ਬਚਨ ਲੈ ਕੇ ਪੱਲੇ ਬੰਨ੍ਹ ਲੈਣਾ, ਉਹਦੇ ਉੱਤੇ ਅਮਲ ਕਰਨਾ, ਉਹਨੂੰ ਧਿਆਨ ਵਿੱਚ ਰੱਖਣਾ। ਇਹ ਗੁਰੂ ਹਰਿਰਾਏ ਸਾਹਿਬ ਜੀ ਤੋਂ ਸਿੱਖੀਏ। ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਵੱਲ 6ਵੇਂ ਪਾਤਸ਼ਾਹ ਦੇਖਦੇ ਰਹਿੰਦੇ ਆ ਵੀ ਇਹ ਸਾਡੇ ਹੁਕਮ 'ਚ ਪੂਰੇ ਹਨ। ਦੀਰਘ ਛੋਰ ਨ ਕਬ ਹੁਣ ਚਾਲੇ। ਕਦੀ ਵੀ ਆਪਣੇ ਚੋਲੇ ਦੀਆਂ 101 ਕਲੀਆਂ ਵਾਲਾ ਵੱਡਾ ਘੇਰਾ ਖਿਲਾਰ ਕੇ ਨਹੀਂ ਤੁਰੇ। ਪਹਿਰਹ ਸੂਖਮ ਜਿਹ ਸੋ ਪਾਲੇ। ਪਹਿਨਦੇ ਓਨਾ ਹੀ ਸਨ, ਚੋਲਾ ਛੋਟਾ ਨਹੀਂ ਕੀਤਾ, ਚੋਲਾ ਓਡਾ ਹੀ ਰੱਖਿਆ। 101 ਕਲੀਆਂ ਦਾ ਹੀ ਪਹਿਨਿਆ, ਬਹੁਤ ਵੱਡਾ ਉਹਦਾ ਖਿਲਾਰਾ ਸੀ, ਬਹੁਤ ਵੱਡਾ। ਜਦੋਂ ਮਹਾਰਾਜ ਸਾਹਿਬ ਤੁਰਨ ਤੇ ਬਹੁਤ ਫੈਲ ਜਾਵੇ। 101 ਕਲੀਆਂ। ਆਮ ਚੋਲੇ ਜਿਹੜੇ ਸਾਧ ਸੰਗਤ ਜੀ ਅਸੀਂ ਪਾਉਂਦੇ ਹਾਂ, ਹੱਦ 16 ਕਲੀਆਂ ਹੁੰਦੀਆਂ ਨੇ, 16 ਕਲੀਆਂ ਜਾਂ 21 ਕਲੀਆਂ, ਪਰ 101 ਕਲੀਆਂ ਤਾਂ ਬਹੁਤ ਜ਼ਿਆਦਾ ਹੋ ਜਾਂਦੀਆਂ। ਜਿਵੇਂ 6ਵੇਂ ਪਾਤਸ਼ਾਹ ਮਹਾਰਾਜ ਦਾ ਵੀ 52 ਕਲੀਆਂ ਦਾ ਚੋਲਾ ਆਪਾਂ ਦੇਖਿਆ, ਪਰ ਗੁਰੂ ਹਰਿਰਾਏ ਸਾਹਿਬ ਜੀ ਦੀਆਂ ਕਲੀਆਂ ਜਿਹੜੀਆਂ ਸਨ ਚੋਲੇ ਦੀਆਂ 100 ਹੁੰਦੀਆਂ ਸਨ। 101 ਕਲੀਆਂ ਦਾ ਚੋਲਾ ਪਹਿਨਦੇ ਸਨ। ਪਾਇਆ ਓਡਾ ਹੀ ਹੈ, ਪਰ ਉਹਨੂੰ ਇਕੱਠਾ ਕਰਕੇ ਤੇ ਆਪਣੀ ਬਾਂਹ ਤੇ ਰੱਖ ਛੱਡਦੇ ਸਨ। ਕਰ ਪ੍ਰਸੰਨਤਾ ਕਰ ਬੇ ਲਾਗੇ। ਤੇ ਗੁਰੂ ਮਹਾਰਾਜ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਵਿੱਚ ਰਹਿ ਕੇ ਸਤਿਗੁਰਾਂ ਦੀ ਪ੍ਰਸੰਨਤਾ ਦੇ ਭਾਗੀ ਬਣ ਗਏ। ਗੁਰੂ ਸਾਹਿਬ ਖੁਸ਼ ਹੋਣ ਲੱਗ ਪਏ। ਜਦੋਂ ਗੁਰੂ ਖੁਸ਼ ਹੋ ਜਾਵੇ ਫਿਰ ਸਾਰਾ ਕੁਝ ਮਿਲਦਾ, ਲੱਖ ਖੁਸ਼ੀਆਂ, ਪਾਤਸ਼ਾਹੀਆਂ, ਜੇ ਸਤਿਗੁਰੂ ਨਦਰ ਕਰੇ। ਧੰਨ ਗੁਰੂ ਮਹਾਰਾਜ 6ਵੇਂ ਪਾਤਸ਼ਾਹ ਜੀ ਪ੍ਰਸੰਨ ਹੋਣ ਲੱਗੇ ਹਨ। ਨਿਕਟ ਬਿਠਾਵਾ ਹੈ ਔਰ ਅਨੁਰਾਗੇ। ਕਹਿੰਦੇ ਬਾਬਾ ਜੀ, ਬਾਬਾ ਸ੍ਰੀ ਹਰਿਰਾਏ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਕੋਲ ਬਿਠਾਉਂਦੇ ਹਨ। ਦਿਨ ਪ੍ਰਤ ਅਧਿਕ ਹੋਤ ਰੁਖ ਜਾਵੇ। ਦਿਨੋਂ ਦਿਨ ਪਿਆਰ ਵੱਧਦਾ ਜਾ ਰਿਹਾ ਹੈ। ਸ੍ਰੀ ਹਰਿਰਾਏ ਜੀ ਹੁਕਮ ਰਜਾਈ ਹੋ ਗਏ ਨੇ ਤੇ ਗੁਰੂ ਮਹਾਰਾਜ 6ਵੇਂ ਪਾਤਸ਼ਾਹ ਜੀ ਪ੍ਰਸੰਨ ਹੋ ਰਹੇ ਨੇ। ਮ੍ਰਿਦਲ ਬਾਕ ਕਹਿ ਆਨੰਦ ਉਪਾਵੇ। ਬਹੁਤ ਪਿਆਰ ਨਾਲ ਬੁਲਾਉਂਦੇ ਨੇ, ਆਪਣੇ ਕੋਲ ਹੀ ਬਿਠਾ ਕੇ ਭੋਜਨ ਛਕਾਉਂਦੇ ਨੇ। ਆਪਣੇ ਹੱਥੀਂ ਵੀ ਕਈ ਵਾਰੀ ਪ੍ਰਸ਼ਾਦਾ ਛਕਾਉਂਦੇ 6ਵੇਂ ਪਾਤਸ਼ਾਹ ਆਪਣੇ ਪੋਤੇ ਨੂੰ, ਤੇ ਰਾਤ ਨੂੰ ਵੀ ਆਪਣੇ ਕੋਲ ਹੀ ਰੱਖਦੇ ਹਨ। ਸਿੱਖ ਸੰਗਤ ਸਭ ਹਨ ਲਖ ਲੀਨਸ। ਕਹਿੰਦੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨਾਲ ਗੁਰੂ ਹਰਗੋਬਿੰਦ ਸਾਹਿਬ ਦਾ ਜੋ ਪ੍ਰੇਮ ਹੈ, ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਿਰਤੀ, ਉਹਨਾਂ ਦਾ ਝੁਕਾਅ ਹੈ 6-7ਵੇਂ ਪਾਤਸ਼ਾਹ ਵੱਲ, ਉਹ ਸਾਰੀਆਂ ਸੰਗਤਾਂ ਨੂੰ ਪਤਾ ਲੱਗ ਗਿਆ, ਪ੍ਰਗਟ ਹੋ ਗਿਆ ਵੀ ਮਹਾਰਾਜ ਆਪਣੇ ਛੋਟੇ ਪੋਤਰੇ ਵੱਲ, ਸ੍ਰੀ ਹਰਿਰਾਏ ਵੱਲ ਬਹੁਤ ਪਿਆਰ ਰੱਖਦੇ ਨੇ, ਮਿਹਰ ਦੀ ਦ੍ਰਿਸ਼ਟੀ ਰੱਖਦੇ ਨੇ। ਪੋਤਰੇ ਪਰ ਕਰੁਣਾ ਮਨ ਭੀਨਸ। ਪੋਤਰੇ ਤੇ ਕਰੁਣਾ ਕਰਦੇ ਨੇ, ਪੋਤਰੇ ਤੇ ਬਹੁਤ ਜ਼ਿਆਦਾ ਟੁੱਟਦੇ ਨੇ।
ਕਿਉਂਕਿ ਸ੍ਰੀ ਹਰਿਰਾਏ ਜੀ ਮਹਾਰਾਜ ਦੇ ਪਿਤਾ ਜੀ ਬਾਬਾ ਗੁਰਦਿੱਤਾ ਜੀ ਤਾਂ ਜੋਤੀ ਜੋਤ ਸਮਾ ਗਏ, ਤੇ ਮਾਤਾ ਨੱਤੀ ਜੀ ਨੂੰ ਧੀਰਮਲ ਉੱਥੋਂ ਆਉਣ ਨਹੀਂ ਸੀ ਦਿੰਦਾ। ਉਹ ਮਾਤਾ ਨੂੰ ਕਰਤਾਰਪੁਰ ਰੱਖਦਾ ਸੀ। ਵੈਸੇ ਮਾਤਾ ਆ ਜਾਂਦੀ ਸੀ, ਜਿਵੇਂ ਭੋਗ ਤੇ ਆਈ ਸੀ ਬਾਬੇ ਗੁਰਦਿੱਤੇ ਦੇ, ਪਰ ਮਾਤਾ ਦੇ ਹੁਣ ਦੋ ਜਗ੍ਹਾ ਤੇ ਪੁੱਤਰਾਂ ਦਾ ਮੋਹ ਹੋਣ ਕਰਕੇ ਕਦੀ ਕਰਤਾਰਪੁਰ ਤੇ ਕਦੀ ਕੀਰਤਪੁਰ, ਮਾਤਾ ਨੂੰ ਦੋ ਘਰਾਂ ਵਿੱਚ ਜਾਣਾ ਪੈਂਦਾ ਸੀ। ਸ੍ਰੀ ਹਰਿਰਾਏ ਜੀ ਨੂੰ ਹੁਣ ਆਪਣੇ ਦਾਦਾ ਜੀ ਦਾ ਹੀ ਸਹਾਰਾ ਸੀ। ਦਾਦਾ ਜੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਉਹਨਾਂ ਨੂੰ ਆਪਣੀ ਨਿਗਾਹ ਤੋਂ ਉਹਲੇ ਨਹੀਂ ਸੀ ਹੋਣ ਦਿੰਦੇ। ਸੂਰਜ ਮਲ ਪਿਤ ਆਸ਼ਾ ਚੀਨਾ, ਤੇ ਬਾਬਾ ਸੂਰਜਮਲ ਜੀ ਮਹਾਰਾਜ ਦੇ ਦੂਸਰੇ ਨੰਬਰ ਦੇ ਪੁੱਤਰ ਸਨ। ਬਾਬਾ ਸੂਰਜਮਲ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਦੂਜੇ ਨੰਬਰ ਦੇ ਪੁੱਤਰ ਸਨ। ਵੱਡੇ ਤਾਂ ਬਾਬਾ ਗੁਰਦਿੱਤਾ ਜੀ ਜੋਤੀ ਜੋਤ ਸਮਾ ਗਏ, ਤੇ ਬਾਬਾ ਸੂਰਜਮਲ ਜੀ ਨੂੰ ਪਤਾ ਲੱਗਾ ਸ਼੍ਰੀ ਹਰਿਰਾਏ ਚ ਹੈ ਗੁਰਕੀਨਾ, ਕਿ ਪਿਤਾ ਜੀ ਛੇਵੇਂ ਪਾਤਸ਼ਾਹ ਜੀ ਛੋਟੇ ਪੋਤੇ ਨੂੰ ਗੁਰਿਆਈ ਦੇਣਗੇ, ਹਰਿਰਾਏ ਜੀ ਨੂੰ ਗੁਰਿਆਈ ਦੇਣਗੇ। ਨਿਜ ਜਨਨੀ ਸੰਗ ਗਾਥ ਬਜਾਈ, ਕਹਿੰਦੇ ਸੂਰਜਮਲ ਨੇ ਇਹ ਗੱਲ ਆਪਣੇ ਘਰ ਛੇੜਦੀ। ਇਹ ਘਰਾਂ ਵਿੱਚ ਪਰਮੇਸ਼ਰ ਹੀ ਕਿਰਪਾ ਕਰੇ, ਇਹ ਸਾਧ ਸੰਗਤ ਜੀ ਮਾਇਆ ਜਾਲ ਐਸਾ ਪੈ ਜਾਂਦਾ ਹੈ। ਜਿਵੇਂ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦਿਆਂ ਨੂੰ ਬਾਬਾ ਸ੍ਰੀ ਚੰਦ ਬਾਬਾ ਲక్ష్ਮੀ ਚੰਦ ਨੂੰ ਪਤਾ ਲੱਗਾ ਵੀ ਗੁਰਿਆਈ ਸਾਨੂੰ ਨਹੀਂ ਮਿਲਣੀ, ਉਹਨਾਂ ਨੇ ਆਪਣੀ ਮਾਂ ਨਾਲ ਗੱਲ ਕੀਤੀ। ਮਾਤਾ ਸੁਲੱਖਣੀ ਜੀ ਨੇ ਗੁਰੂ ਨਾਨਕ ਸਾਹਿਬ ਕੋਲ ਆ ਕੇ ਉਜਰ ਕੀਤਾ ਸੀ ਵੀ ਤੁਸੀਂ ਪੁੱਤਰਾਂ ਨੂੰ ਗੱਦੀ ਦੇਣੀ, ਤੁਸੀਂ ਬਗਾਨੇ ਨੂੰ ਕਿਉਂ ਦੇ ਰਹੇ ਹੋ? ਪੁੱਤਰ ਦੀ ਚੀਜ਼ ਹੁੰਦੀ ਹੈ, ਪਿਤਾ ਦੀ ਥਾਂ ਤੇ ਪੁੱਤਰ ਬੈਠਦੇ ਆ। ਇਸੇ ਤਰ੍ਹਾਂ ਮਾਈਆਂ ਜਿਹੜੀਆਂ ਹਨ ਆਪਣੇ ਪੁੱਤਰਾਂ ਦਾ ਮੋਹ ਕਰਦੀਆਂ। ਮਾਤਾ ਮਰਵਾਈ ਜੀ ਜਿਨ੍ਹਾਂ ਨੂੰ ਆਪਾਂ ਮਾਂ ਦੇਵੀ ਕਹਿੰਦੇ ਆ, ਮਾਂ ਦੇਵੀ ਉਹਨਾਂ ਦਾ ਨਾਮ ਸੀ ਤੇ ਮਰਵਾਈ ਉਹਨਾਂ ਦਾ ਗੋਤ ਸੀਗਾ। ਮਾਤਾ ਮਰਵਾਈ ਨੂੰ, ਮਾਤਾ ਮਾਂ ਦੇਵੀ ਨੂੰ, ਆਪਣੀ ਮਾਂ ਨੂੰ ਬਾਬਾ ਸੂਰਜਮਲ ਜੀ ਨੇ ਗੱਲ ਦੱਸੀ ਵੀ ਮਾਤਾ ਗੁਰਿਆਈ ਗੱਦੀ ਤਾਂ ਸੱਚੇ ਪਾਤਸ਼ਾਹ ਜੀ ਮੈਨੂੰ ਨਹੀਂ ਦੇਣਗੇ, ਮੈਨੂੰ ਗੁਰਤਾ ਗੱਦੀ ਨਹੀਂ ਮਿਲਣੀ। ਗੱਦੀ ਜਿਹੜੀ ਹੈ ਛੋਟੇ ਸ੍ਰੀ ਹਰਿਰਾਏ ਜੀ ਮੇਰੇ ਭਤੀਜੇ ਨੂੰ ਮਿਲੇਗੀ। ਦਈ ਚਹਤ ਪੋਤੇ ਵਡਿਆਈ, ਮਹਾਰਾਜ ਪਿਤਾ ਜੀ ਪੋਤਰੇ ਨੂੰ ਵਡਿਆਈ ਦੇਣੀ ਚਾਹੁੰਦੇ ਹੈ ਗੁਰੂ ਹਰਿਰਾਏ ਸਾਹਿਬ ਜੀ ਨੂੰ। ਤਥਾ ਨਾਨਕੀ ਸੁਧ ਸੁਨ ਪਾਈ, ਇਹ ਖਬਰ ਜਿੱਥੇ ਮਾਤਾ ਮਾਂ ਦੇਵੀ ਦੇ ਕੰਨ 'ਚ ਸੂਰਜਮਲ ਨੇ ਪਾਈ, ਉਹ ਘਰ ਦੇ ਵਿੱਚ ਗੱਲ ਮਾਤਾ ਨਾਨਕੀ ਕੋਲ ਵੀ ਪਹੁੰਚਣੀ ਸੀ। ਗੱਲ ਚੱਲ ਜ ਪਈ, ਲੋਕਾਂ ਨੂੰ ਦਿਸਦਾ ਵੀ ਸੀ ਸਾਰਿਆਂ ਨੂੰ ਵੀ ਗੁਰਿਆਈ ਗੱਦੀ ਜਿਹੜੀ ਹੈ ਉਹ ਮਹਾਰਾਜ ਪੋਤੇ ਨੂੰ ਦੇਣਗੇ। ਮਾਤਾ ਨਾਨਕੀ ਨੂੰ ਸੀ ਵੀ ਸਤਿਕਾਰ ਤਾਂ ਮੇਰੇ ਪੁੱਤਰ ਦਾ ਤੇਗ ਬਹਾਦਰ ਦਾ ਕਰਦੇ ਆ, ਤੇਗ ਬਹਾਦਰ ਨੂੰ ਗੱਦੀ ਨਹੀਂ ਦੇਣਗੇ ਤੇ ਪੋਤੇ ਨੂੰ ਦੇਣਗੇ। ਇਸ ਤਰ੍ਹਾਂ ਮਾਤਾ ਨਾਨਕੀ ਨੇ ਵੀ ਸੋਚਿਆ। ਮਰਵਾਹੀ ਜੁਤ ਤਿਛ ਦੁਚਤਾਈ, ਕਹਿੰਦੇ ਮਾਤਾ ਮਹਾਦੇਵੀ ਦੇ ਮਨ 'ਚ ਬੜੀ ਦੁਚਤਾਈ ਪੈ ਗਈ, ਮਾਤਾ ਨਾਨਕੀ ਦੇ ਵੀ ਪੈ ਗਈ। ਕਰਹਿ ਵਿਚਾਰ ਕਹਾ ਇਹੋ ਭਾਵੈ, ਕਹਿੰਦੇ ਵਿਚਾਰ ਕਰਨ ਲੱਗ ਪਈਆਂ ਮਾਈਆਂ, ਇਹ ਕਿਵੇਂ ਹੋ ਸਕਦਾ ਵੀ ਚਾਚੇ ਬੈਠੇ ਰਹਿਣ ਤੇ ਭਤੀਜਾ ਗੁਰੂ ਬਣ ਜਾਵੇ? ਇਹ ਕਿਸ ਤਰ੍ਹਾਂ ਦਾ ਫੈਸਲਾ ਹੋਏਗਾ? ਗੁਰੂ ਸਾਹਿਬ ਕਿੱਦਾਂ ਦਾ ਫੈਸਲਾ ਕਰਨਗੇ? ਸੁਤ ਤਜ ਪੋਤਰਾ ਹੈ ਕੋ ਬੜ ਆਵੈ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪੋਤਰੇ ਨੂੰ ਛੱਡ ਕੇ, ਪੁੱਤਰਾਂ ਨੂੰ ਛੱਡ ਕੇ, ਤਿੰਨ ਪੁੱਤਰ ਬੈਠੇ ਨੇ, ਇੱਕ ਤਾਂ ਬਾਬਾ ਸੂਰਜਮਲ ਹੈ ਤੇ ਇੱਕ ਅਣੀ ਰਾਏ ਹੈ ਤੇ ਇੱਕ ਤੇਗ ਬਹਾਦਰ ਹੈ, ਤਿੰਨਾਂ ਨੂੰ ਛੱਡ ਕੇ ਤੇ ਪੋਤੇ ਨੂੰ ਗੱਦੀ ਦੇਣਗੇ। ਗਨ ਗਨ ਸਹਿਤ ਸਦਾ ਅਨਸਾਰੀ, ਨਾਲੇ ਪੁੱਤਰ ਵੀ ਸਿਆਣੇ ਨੇ, ਸੂਰਜਮਲ ਹੈ, ਤੇਗ ਬਹਾਦਰ ਹੈ, ਇਹਨਾਂ 'ਚ ਵੀ ਕਿਹੜਾ ਘੱਟ ਗੁਣ ਨੇ। ਇਹ ਵੀ ਆਪਣੇ ਪਿਤਾ ਦਾ ਹੁਕਮ ਮੰਨਦੇ ਨੇ, ਇਹ ਵੀ ਪਿਤਾ ਤੋਂ ਬਾਹਰ ਨਹੀਂ ਤੁਰਦੇ। ਪਿਤਾ ਅਗਰ ਕੁਛ ਨਹ ਹੰਕਾਰੀ, ਤੇ ਪਿਤਾ ਦੇ ਸਾਹਮਣੇ ਕੋਈ ਹੰਕਾਰ ਵੀ ਨਹੀਂ ਕਰਦੇ, ਪਿਤਾ ਦੇ ਸਾਹਮਣੇ ਕੋਈ ਵਿਖਾਵਾ ਵੀ ਨਹੀਂ ਕਰਦੇ, ਆਪਣੀ ਮਨਮਤ ਨਹੀਂ ਕਰਦੇ। ਜੋ ਵੀ ਪਿਤਾ ਜੀ ਕਹਿ ਦੇਣ, ਸਤ ਬਚਨ ਪਿਤਾ ਜੀ ਕਹਿ ਕੇ ਮੰਨ ਲੈਂਦੇ ਨੇ। ਪ੍ਰਥਮ ਗੁਰਨ ਨਿਜ ਪੁੱਤਰ ਦੀਨ, ਤੇ ਪਹਿਲੇ ਗੁਰੂਆਂ ਨੇ ਆਪਣੇ ਪੁੱਤਰਾਂ ਨੂੰ ਗੁਰਿਆਈ ਦਿੱਤੀ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਅੰਗਦ ਦੇਵ ਜੀ ਨੇ, ਗੁਰੂ ਅਮਰਦਾਸ ਜੀ ਨੇ। ਨਹ ਆਪਣੇ ਅਨੁਸਾਰੀ ਚੀਨ, ਉਹਦਾ ਕਾਰਨ ਇਹ ਸੀ ਵੀ ਉਹ ਪੁੱਤਰ ਜਿਹੜੇ ਸੀ ਉਹਨਾਂ ਨੇ ਆਪਣੇ ਪਿਤਾ ਦਾ ਹੁਕਮ ਨਹੀਂ ਸੀ ਮੰਨਿਆ। ਬਾਬਾ ਸ੍ਰੀ ਚੰਦ ਜੀ, ਬਾਬਾ ਲక్ష్ਮੀ ਦਾਸ ਜੀ, ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਬਾਬਾ ਪ੍ਰਿਥੀ ਚੰਦ ਵਰਗੇ ਇਹ ਜਿਹੜੇ ਸਾਹਿਬਜ਼ਾਦੇ ਹੋਏ ਨੇ, ਇਹਨਾਂ ਦੀ ਅਵਸਥਾ ਵੱਖਰੀ ਹੋਈ।
ਠੀਕ ਹੈ, ਪ੍ਰਿਥੀ ਚੰਦ ਤਾਂ ਬੇਮੁਖਾਂ 'ਚ ਗਿਣਿਆ ਜਾਂਦਾ ਹੈ, ਪਰ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਜੀ, ਬਾਬਾ ਦਾਤੂ ਦਾਸੂ ਵੀ ਜਿਹੜੇ ਸਨ, ਉਹ ਵੀ ਮਹਾਰਾਜ ਦਾ ਹੁਕਮ ਨਹੀਂ ਮੰਨ ਸਕੇ। ਸ੍ਰੀ ਚੰਦ ਅਰ ਲਖਮੀ ਦਾਸ, ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਜੀ, ਪਿਤ ਸੇਵਾ ਨਹਿ ਕੀਨ ਹੁਲਾਸ। ਇਹਨਾਂ ਨੇ ਪਿਤਾ ਦੀ ਸੇਵਾ ਨਹੀਂ ਕੀਤੀ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਨਹੀਂ ਮੰਨਿਆ। ਤਿਮਹੀ ਦਾਸੂ ਦਾਤੂ ਸਨੇ, ਜਿਵੇਂ ਬਾਬਾ ਦਾਸੂ ਜੀ ਤੇ ਬਾਬਾ ਦਾਤੂ ਜੀ, ਗੁਰੂ ਮਹਾਰਾਜ ਗੁਰੂ ਅੰਗਦ ਦੇਵ ਦੇ ਪੁੱਤਰ, ਉਹਨਾਂ ਬਾਰੇ ਵੀ ਇਹੀ ਸੁਣਿਆ ਵੀ ਉਹਨਾਂ ਨੇ ਵੀ ਮਹਾਰਾਜ ਗੁਰੂ ਅੰਗਦ ਦੇਵ ਜੀ ਦਾ ਕਹਿਣਾ ਨਹੀਂ ਮੰਨਿਆ। ਪਿਤ ਅਨੁਸਾਰੀ ਨਾਹਿ ਨ ਬਨੇ, ਉਹ ਪਿਤਾ ਦੇ ਅਨੁਸਾਰ ਹੀ ਨਹੀਂ ਬਣੇ, ਹੁਕਮ ਦੇ ਵਿੱਚ ਨਹੀਂ ਚੱਲੇ। ਮੋਹਨ ਅਪਰ ਮੋਹਰੀ ਦੋਏ, ਫਿਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਸਾਹਿਬਜ਼ਾਦੇ ਹੋਏ ਹਨ। ਤਿਸ ਬਿਦ ਹੀ ਤਿਨ ਕੀ ਕਤ ਹੋਏ, ਉਹਨਾਂ ਨੇ ਵੀ ਪਿਤਾ ਜੀ ਦਾ ਹੁਕਮ ਨਹੀਂ ਮੰਨਿਆ, ਗੁਰੂ ਅਮਰਦਾਸ ਸਾਹਿਬ ਜੀ ਦੇ ਹੁਕਮ ਵਿੱਚ ਪੂਰੇ ਨਹੀਂ ਉਤਰੇ। ਸਭ ਤੇ ਊਚੋ ਪਿਤਾ ਹਮਾਰੋ, ਤੋ ਸਾਡੇ ਪਿਤਾ ਜੀ ਮਹਾਰਾਜ ਵੱਡੇ ਸਨ। ਜਗ ਜਾਚਕ ਗੁਰ ਏਕ ਦਤਾਰੋ, ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲੋਂ ਸਾਰੀ ਦੁਨੀਆ ਮੰਗਦੀ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਸਾਰੀ ਦੁਨੀਆ ਜਾਚਕ ਹੈ ਤੇ ਦਾਤੇ ਸਤਿਗੁਰੂ ਹਨ। ਹਮ ਉਤਮ ਸਭ ਤੇ ਬੜ ਭਾਗੇ, ਅਸੀਂ ਵੱਡੇ ਭਾਗਾਂ ਵਾਲੇ ਹਾਂ, ਸਾਡੇ ਭਾਗ ਚੰਗੇ, ਅਸੀਂ ਉੱਤਮ ਜਨਮ ਗੁਰੂ ਕੁਲ 'ਚ ਜਨਮੇ ਹਾਂ। ਇਮ ਹੰਕਾਰ ਨ ਸੇਵਾ ਲਾਗੇ, ਕਹਿੰਦੇ ਵੱਡੇ ਗੁਰੂਆਂ ਦੇ ਪੁੱਤਰ, ਇਸ ਕੰਮ 'ਚ ਵੀ ਅਸੀਂ ਗੁਰੂ ਦੇ ਪੁੱਤਰ ਹਾਂ, ਵੱਡੇ ਹਾਂ, ਇਸ ਹੰਕਾਰ 'ਚ ਹੀ ਰਹਿ ਗਏ। ਬਾਬਾ ਸ੍ਰੀ ਚੰਦ ਜੀ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਇਹ ਟੋਏ 'ਚੋਂ ਕਟੋਰਾ ਕੱਢ ਕੇ ਲਿਆਓ, ਚਿੱਕੜ ਵਿੱਚ ਕਟੋਰਾ ਸੜ ਦਿੱਤਾ ਪੱਥਰ ਦਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ। ਤੇ ਬਾਬਾ ਸ੍ਰੀ ਚੰਦ ਜੀ ਕਹਿੰਦੇ ਵੀ ਇਹ ਕੋਈ ਨੀਵੇਂ ਕੰਮ ਸਾਡੇ ਕਰਨ ਵਾਲੇ ਥੋੜ੍ਹਾ ਨੇ, ਅਸੀਂ ਤਾਂ ਵੱਡੇ ਹਾਂ, ਗੁਰੂ ਦੇ ਪੁੱਤਰ ਹਾਂ, ਕਿਸੇ ਬੰਦੇ ਨੂੰ ਵਾੜ ਕੇ ਕਢਾ ਦਿਆਂਗੇ। ਇਸ ਤਰ੍ਹਾਂ ਇਹਨਾਂ ਸਾਹਿਬਜ਼ਾਦਿਆਂ ਨੇ ਮਹਾਰਾਜ ਦਾ ਇਸ਼ਾਰਾ ਨਹੀਂ ਸਮਝਿਆ, ਹੁਕਮ ਨਹੀਂ ਮੰਨਿਆ। ਲੋਕਨ ਮਹਿ ਬਹੁ ਰਹਿ ਵਡਾਈ, ਕਹਿੰਦੇ ਲੋਕਾਂ 'ਚ ਵਡਿਆਈ ਰਵੇ, ਲੋਕਾਂ 'ਚ ਸੋਭਾ ਹੋਵੇ, ਜਾਂ ਤੇ ਗੁਰੂ ਗਿਰਾ ਨ ਕਮਾਈ। ਇਹ ਆਪਣੇ ਆਪ ਨੂੰ ਵੀ ਜੇ ਅਸੀਂ ਕੋਈ ਕੰਮ ਕਰਾਂਗੇ, ਝਾੜੂ ਫੇਰਾਂਗੇ, ਭਾਂਡੇ ਮਾਂਜਾਂਗੇ, ਸੇਵਾ ਕਰਾਂਗੇ, ਤੇ ਲੋਕ ਕਹਿਣਗੇ ਵੀ ਇਹ ਤਾਂ ਸਾਡੇ ਵਰਗੇ ਹੀ ਸੇਵਕ ਨੇ। ਆਪਣੀ ਪੋਜੀਸ਼ਨ ਵੱਖਰੀ ਬਣਾ ਕੇ ਰੱਖਣ ਲਈ, ਗੁਰੂ ਦੇ ਪੁੱਤਰ ਬਣ ਕੇ ਰਹਿਣ ਲਈ, ਵੱਖਰੇ ਬਣ ਕੇ ਰਹਿਣ ਲਈ ਸੇਵਾ ਨਹੀਂ ਕਰ ਸਕੇ। ਮਮ ਸਤ ਤੇਗ ਬਹਾਦਰ ਨੀਕੋ, ਮੇਰੇ ਪੁੱਤਰ ਤੇਗ ਬਹਾਦਰ, ਮਾਤਾ ਨਾਨਕੀ ਸੋਚਦੀ ਹੈ ਮੇਰਾ ਪੁੱਤਰ ਜਿਹੜਾ ਤੇਗ ਬਹਾਦਰ ਹੈ, ਪਿਤ ਆਗਿਆ ਮਹਿ ਉਜਲ ਜੀ ਕੋ, ਇਹ ਤਾਂ ਪਿਤਾ ਦੀ ਆਗਿਆ ਮੰਨਦਾ, ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਪਣੇ ਪਿਤਾ ਦੇ ਹੁਕਮ ਵਿੱਚ ਚੱਲਦਾ ਹੈ। ਤੇਗ ਬਹਾਦਰ ਤਾਂ ਕਦੀ ਆਪਣੇ ਪਿਤਾ ਦਾ ਹੁਕਮ ਨਹੀਂ ਮੋੜਦਾ। ਰਹਿ ਮਰਜੀ ਨਹਿ ਅਰਜੀ ਕਹੈ, ਤੇ ਇਹ ਮਰਜ਼ੀ ਤੋਂ ਵਿੱਚ ਰਹਿੰਦਾ, ਮਰਜ਼ੀ ਦੇ ਉਲਟ ਕੋਈ ਗੱਲ ਨਹੀਂ ਕਰਦਾ, ਤੇ ਕੋਈ ਬੇਨਤੀ ਵੀ ਨਹੀਂ ਕਰਦਾ, ਕੋਈ ਮੰਗ ਵੀ ਨਹੀਂ ਕਰਦਾ। ਸ੍ਰੀ ਤੇਗ ਬਹਾਦਰ ਜੀ ਨੇ ਆਪਣੇ ਪਿਤਾ ਮਹਾਰਾਜ ਤੋਂ ਕਦੀ ਕੁਝ ਮੰਗਿਆ ਨਹੀਂ, ਨਾ ਕੋਈ ਅਰਜ਼ ਕੀਤੀ ਵੀ ਆਹ ਚੀਜ਼ ਚਾਹੀਦੀ ਮੈਨੂੰ ਦਿਓ, ਨਾ ਖਾਣ ਲਈ, ਨਾ ਪੀਣ ਲਈ, ਨਾ ਪਹਿਨਣ ਲਈ। ਜਿੱਦਾਂ ਦਾ ਮਿਲ ਗਿਆ ਖਾ ਲਿਆ, ਜਿੱਦਾਂ ਦਾ ਕੱਪੜਾ ਮਿਲ ਗਿਆ ਉੱਦਾਂ ਦਾ ਕੱਪੜਾ ਪਾ ਲਿਆ, ਜਿੱਦਾਂ ਦਾ ਕੋਈ ਸ਼ਸਤਰ ਬਸਤਰ ਗੁਰੂ ਨੇ ਦੇ ਤਾ ਵਰਤ ਲਿਆ, ਨਹੀਂ ਤਾਂ ਆਨੰਦ ਹੀ ਹੈ। ਸੋ ਤੇਗ ਬਹਾਦਰ ਗਰਜ ਨਹੀਂ ਰੱਖਦਾ ਕੋਈ, ਗੁਰ ਕੋ ਕਰਿਓ ਪਿਖਤ ਮਤ ਲਹਾ, ਇਹ ਗੁਰੂ ਦੇ ਕੀਤੇ ਦੇ, ਗੁਰੂ ਦੇ ਭਾਣੇ ਤੇ ਖੁਸ਼ ਰਹਿੰਦਾ ਵੀ ਜੋ ਮਹਾਰਾਜ ਛੇਵੇਂ ਪਾਤਸ਼ਾਹ ਜੀ ਕਰਦੇ ਨੇ ਠੀਕ ਹੈ। ਹਾਂਜੀ, ਅਪਰ ਬੇਕਾਰ ਆਦ ਹੰਕਾਰ, ਹੋਰ ਜਿਹੜੇ ਮਨ ਦੇ ਵਿਕਾਰ ਹੁੰਦੇ ਨੇ ਬੰਦੇ ਦੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਉਹ ਵੀ ਤੇਗ ਬਹਾਦਰ 'ਚ ਕੋਈ ਨਹੀਂ। ਜਿੰਨੀਆਂ ਬੁਰਾਈਆਂ ਬੰਦੇ 'ਚ ਹੁੰਦੀਆਂ ਨੇ, ਔਗਣ ਹੁੰਦੇ ਨੇ ਜਿਹਦੇ ਨਾਲ ਬੰਦਾ ਜੀਵ ਬਣਿਆ ਹੋਇਆ। ਸਾਧ ਸੰਗਤ ਜੀ, ਵੈਸੇ ਤਾਂ ਇਹ ਆਤਮਾ ਪਰਮਾਤਮਾ ਦੀ ਜੋਤ, ਅਕਾਲ ਪੁਰਖ ਦਾ ਹੀ ਰੂਪ ਹੈ, ਪਰ ਇਹਦੇ ਵਿੱਚ ਜਿਹੜੇ ਵਿਕਾਰ ਬਣ ਪਏ ਨੇ ਨਾ, ਉਹ ਇਹਨੂੰ ਬੰਧਨ ਪਾ ਕੇ ਬੰਦਾ ਬਣਾਉਂਦੇ ਆ। ਕਰਮ ਕਰੇ ਤਾਂ ਬੰਦਾ, ਜਦੋਂ ਅਸੀਂ ਕਰਦੇ ਹਾਂ ਨਾ, ਕਰਤਾ ਬਣ ਜਾਂਦੇ। ਮੈਂ ਇਹ ਕਰਾਂਗਾ, ਮੈਂ ਇਹ ਕੀਤਾ, ਮੈਂ ਕਰਿਆ। ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਾ ਗਰਭ ਜੋਨ ਮੈਂ ਫਿਰਤਾ। ਉਹਨਾਂ ਜਿਹੜੇ ਬੰਦਾ ਬੰਧਨ 'ਚ ਪਿਆ ਹੋਇਆ, ਬੰਦਾ ਕਹਾਂਦਾ ਜਿਸ ਦਿਨ ਇਹਦੇ ਇਹ ਬੰਧਨ ਕੱਟੇ ਜਾਣ, ਇਹ ਪਰਮੇਸ਼ਰ ਬਣ ਜਾਂਦਾ, ਜੋਤ ਅਕਾਲ ਪੁਰਖ ਨਾਲ ਮਿਲ ਜਾਂਦੀ ਹੈ। ਤੋ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਸੋਚਦੀ ਹੈ ਮੇਰਾ ਤੇਗ ਬਹਾਦਰ ਵਿਕਾਰਾਂ ਤੋਂ ਵੀ ਰਹਿਤ ਹੈ, ਛਲ ਕਪਟ ਵੀ ਕੋਈ ਨਹੀਂ, ਉਹਦੀ ਕੋਈ ਮੰਗ ਵੀ ਕੋਈ ਨਹੀਂ, ਉਹਨੂੰ ਕਿਸੇ ਨਾਲ ਕੋਈ ਈਰਖਾ ਦਵੈਸ਼ ਵੀ ਕੋਈ ਨਹੀਂ।
ਉਹਦਾ ਬਿਲਕੁਲ ਇੱਕ ਫਕੀਰ ਜਿਵੇਂ ਹੁੰਦੇ ਨੇ, ਸਾਧੂ ਹੁੰਦੇ ਨੇ, ਉੱਦਾਂ ਦਾ ਉਹਦਾ ਸੁਭਾਅ ਹੈ। ਇਨਕੇ ਲੇਸ਼ ਨ ਹਿਰਦੈ ਮਝਾਰ। ਇਹਦੇ ਮਨ ਵਿੱਚ, ਤੇਗ ਬਹਾਦਰ ਦੇ ਮਨ ਵਿੱਚ ਲੇਸ਼ ਮਾਤਰ ਵੀ ਕੋਈ ਵਿਕਾਰ ਨਹੀਂ। ਜਿਵੇਂ ਕਹਿੰਦੇ ਨਾ ਵੀ ਲੇਸ਼ ਮਾਤਰ, ਥੋੜੇ ਜਿਹਾ ਥੋੜਾ ਵੀ, ਉਹਨਾਂ ਵੀ ਇਹਨਾਂ ਦੇ ਮਨ ਵਿੱਚ ਕੋਈ ਫੁਰਨਾ ਨਹੀਂ ਹੈ। ਆਪ ਸਰਾਹਤ ਭੇ ਬਹੁ ਬਾਰੀ। ਤੇ ਨਾਲੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਆਪ ਆਪਣੇ ਮੁਖ ਤੋਂ ਤੇਗ ਬਹਾਦਰ ਦੀ ਤਾਰੀਫ ਬੜੀ ਕੀਤੀ ਹੈ। ਕਈ ਵਾਰੀ ਮਹਾਰਾਜ ਕਹਿ ਚੁੱਕੇ ਆ ਵੀ ਤੇਗ ਬਹਾਦਰ ਸਾਡਾ ਬਹੁਤ ਪਿਆਰਾ ਪੁੱਤਰ ਹੈ, ਔਰ ਇਹਨੇ ਉਹ ਕੰਮ ਕਰਨਾ ਹੈ ਜਿਹੜਾ ਕੋਈ ਕਰ ਨਹੀਂ ਸਕਿਆ। ਹੁਣ ਉਹ ਪਤਾ ਨਹੀਂ ਕੰਮ ਕੀ ਹੈ, ਉਹ ਤਾਂ ਗੁਰੂ ਜਾਣੇ, ਪਰ ਜਿਹੜਾ ਕੰਮ ਕਰਨਾ ਹੈ ਉਹਦੇ ਕਰਕੇ ਤਾਰੀਫ ਬਹੁਤ ਕਰਦੇ ਨੇ ਸਤਿਗੁਰੂ ਜੀ। ਹੋਏ ਵਿਸਾਲ ਇਹੋ ਧੀਰਜ ਧਾਰੀ। ਇਹ ਕਹਿੰਦੇ ਨੇ ਵੀ ਇਹ ਬੜਾ ਵੱਡਾ ਮਹਾਨ ਮਹਾਤਮਾ ਹੈ, ਇਹ ਬੜਾ ਕੋਈ ਪਹੁੰਚਿਆ ਹੋਇਆ ਅਵਤਾਰੀ ਪੁਰਸ਼ ਹੈ, ਇਹ ਧੀਰਜ ਵਾਲਾ ਹੈ, ਇਹਦੇ ਜਿੰਨੀ ਧੀਰਜ ਕਿਸੇ 'ਚ ਹੋਣੀ ਨਹੀਂ। ਇਹ ਬਚਨ ਮਹਾਰਾਜ ਛੇਵੇਂ ਪਾਤਸ਼ਾਹ ਨੇ ਤੇਗ ਬਹਾਦਰ ਦੇ ਬਾਰੇ ਕਈ ਵਾਰੀ ਕਹੇ ਨੇ। ਬਾਹਰ ਬਚਨ ਸ਼ਬ ਕਹਿਓ ਸੁਨਾਈ। ਤੇ ਨਾਲੇ ਮੈਨੂੰ ਮਹਾਰਾਜ ਨੇ ਇਹ ਵੀ ਆਸ਼ੀਰਵਾਦ ਦਿੱਤਾ ਹੈ ਇਸਕੇ ਸੁਤ ਹੈ ਗੁਣ ਸਮੁਦਾਈ। ਕਿ ਇਹਦਾ ਜਿਹੜਾ ਪੁੱਤਰ ਹੋਵੇਗਾ, ਤੇਗ ਬਹਾਦਰ ਦਾ, ਉਹ ਬਹੁਤ ਵੱਡਾ ਅਵਤਾਰ ਹੋਏਗਾ। ਉਹਦੇ 'ਚ ਬੜੇ ਗੁਣ ਹੋਣਗੇ। ਉਹ ਬੜਾ ਸੂਰਮਾ, ਮਹਾਬਲੀ ਯੋਧਾ, ਪ੍ਰਚੰਡ ਸ਼ਕਤੀਆਂ ਦਾ ਮਾਲਕ ਹੋਵੇਗਾ। ਉਹਦੇ ਸਾਹਮਣੇ ਦੁਨੀਆ ਦੀ ਕੋਈ ਤਾਕਤ ਅੜ ਨਹੀਂ ਸਕੇਗੀ। ਉਹ ਜ਼ਾਲਮਾਂ ਦੀਆਂ ਜੜ੍ਹਾਂ ਪੁੱਟ ਕੇ ਖਾਰੇ ਸਮੁੰਦਰ ਸੁੱਟੇਗਾ। ਉਹਦਾ ਪੰਥ ਖਾਲਸਾ ਬੜਾ ਪ੍ਰਤਾਪੀ ਹੋਵੇਗਾ। ਉਹਦੇ ਨਗਾਰੇ ਵੱਜਣਗੇ, 22 ਧਾਰ ਦੀਆਂ ਪਹਾੜੀਆਂ ਕੰਬਣਗੀਆਂ, ਦਿੱਲੀ ਦਾ ਤਖਤ ਹਿੱਲੇਗਾ। ਇੱਦਾਂ ਦੇ ਬਚਨ ਮਹਾਰਾਜ ਛੇਵੇਂ ਪਾਤਸ਼ਾਹ ਜੀ ਕਰ ਚੁੱਕੇ ਹਨ। ਹਿਰਦੈ ਕਹਾਂ ਅਬ ਕੰਤ ਵਿਚਾਰਾ। ਪਰ ਹੁਣ ਪਤੀ ਜੀ ਨੂੰ ਪਤਾ ਨਹੀਂ ਕੀ ਵਿਚਾਰ ਆਈ ਹੈ ਵੀ ਮੇਰੇ ਪਤੀ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਤੇਗ ਬਹਾਦਰ ਨੂੰ ਗੱਦੀ ਦੇਣ ਦੀ ਬਜਾਏ ਹਰ ਰਾਏ ਵੱਲ ਬਹੁਤਾ ਝੁਕਾਅ ਰੱਖਣ ਲੱਗ ਪਏ ਨੇ। ਹਰ ਰਾਏ ਹਾਲਾਂਕਿ ਪੋਤਰਾ ਹੈ, ਤੇਗ ਬਹਾਦਰ ਪੁੱਤਰ ਹੈ, ਪੁੱਤਰ ਨੂੰ ਛੱਡ ਕੇ ਪੋਤਰੇ ਨੂੰ ਗੱਦੀ ਕਿਉਂ ਦੇਣ ਲੱਗੇ ਨੇ? ਚਾਹ ਦੈਨ ਪਦ ਪੁੱਤਰ ਉਦਾਰਾ। ਕਹਿੰਦੇ ਬੜੀ ਉੱਚੀ ਪਦਵੀ ਹੈ, ਗੁਰੂ ਨਾਨਕ ਦੇਵ ਜੀ ਦੀ ਗੱਦੀ ਹੈ। ਮਹਾਰਾਜ ਛੇਵੇਂ ਪਾਤਸ਼ਾਹ ਜੀ ਉਹ ਆਪਣੇ ਪੋਤਰੇ ਨੂੰ ਦੇਣਾ ਚਾਹੁੰਦੇ ਨੇ। ਇਤਿਆਦਿਕ ਤਰਕਤ ਉਰਮਾਹੀ। ਇਸ ਤਰ੍ਹਾਂ ਦੀਆਂ ਤਰਕਾਂ ਵਿਤਰਕਾਂ ਮਾਤਾ ਨਾਨਕੀ ਜੀ ਆਪਣੇ ਮਨ 'ਚ ਕਰਦੇ ਨੇ। ਉਧਰ ਮਾਤਾ ਮਰਵਾਈ ਜੀ ਆਪਣੇ ਪੁੱਤਰ ਸੂਰਜਮਲ ਵੱਲੋਂ ਵੀ ਇਹਨੂੰ ਗੱਦੀ ਮਿਲਣੀ ਚਾਹੀਦੀ, ਮੇਰੇ ਪੁੱਤਰ ਨੂੰ, ਸਿਆਣਾ ਹੈ, ਜ਼ਿੰਮੇਵਾਰ ਹੈ, ਸਾਰੀ ਗੁਰੂ ਘਰ ਦੀ ਮਰਿਆਦਾ ਦਾ ਇਹ ਪਾਬੰਦ ਹੈ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਦੋਵਾਂ ਮਾਤਾਵਾਂ ਦੇ ਮਨ ਵਿੱਚ ਚੱਲਣ ਲੱਗ ਪਈਆਂ ਨੇ। ਤਿਮ ਚਿਤ ਵਤ ਚਿਤ ਨਿਤ ਮਰਵਾਹੀ। ਮਾਤਾ ਮਰਵਾਈ ਜੀ ਵੀ ਇਸ ਤਰ੍ਹਾਂ ਹੀ ਚਿਤਵਦੇ ਰਹਿੰਦੇ, ਇਦਾਂ ਹੀ ਸੋਚਦੇ ਰਹਿੰਦੇ ਹੈ। ਸੂਰਜ ਮਲ ਕੋ ਦੇਖ ਵਿਚਾਰਾ। ਤੇ ਬਾਬਾ ਸੂਰਜਮਲ ਵੱਲ ਮਾਤਾ ਮਰਵਾਈ ਵੇਖਦੀ, ਉਹਦਾ ਇੱਕੋ ਇੱਕ ਪੁੱਤਰ ਸੀ। ਇਹ 3 ਮਹਿਲ ਸਨ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਦੇ। ਮਾਤਾ ਦਮੋਦਰੀ ਦੇ 2 ਹੀ ਬੱਚੇ ਸਨ, ਇੱਕ ਤਾਂ ਬਾਬਾ ਗੁਰਦਿੱਤਾ ਜੀ ਤੇ ਦੂਜੀ ਧੀ ਸੀ ਬੀਬੀ ਬੀਰੋ। ਇਹ ਮਾਤਾ ਦਮੋਦਰੀ ਦਾ ਪਰਿਵਾਰ ਹੋ ਗਿਆ। ਤੇ ਮਾਤਾ ਮਹਾਦੇਵੀ, ਉਹਦਾ ਇੱਕੋ ਪੁੱਤਰ ਹੀ ਹੋਇਆ ਬਾਬਾ ਸੂਰਜਮਲ, ਹੋਰ ਕੋਈ ਧੀ ਪੁੱਤਰ ਨਹੀਂ ਉਸ ਤੋਂ ਹੋਇਆ। ਜਿਹੜੀ ਮਾਤਾ ਨਾਨਕੀ ਸੀ ਇਹਦੇ 3 ਪੁੱਤਰ ਹੋਏ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਗੁਰੂ ਤੇਗ ਬਹਾਦਰ ਜੀ। ਅਟਲ ਰਾਏ ਜੀ ਜੋਤੀ ਜੋਤ ਸਮਾ ਗਏ। ਅਣੀ ਰਾਏ ਜੀ ਉੱਦਾਂ ਮਸਤ ਸੁਭਾਅ ਹੈ, ਛੋਟੇ ਤੇਗ ਬਹਾਦਰ ਹਨ। ਤੋ ਮਾਤਾ ਮਰਵਾਈ ਸੋਚਦੀ ਹੈ ਵੀ ਮੇਰੇ ਪੁੱਤਰ ਸੂਰਜਮਲ ਨੂੰ ਗੁਰਤਾ ਗੱਦੀ ਕਿਉਂ ਨਹੀਂ ਦੇ ਰਹੇ ਮਹਾਰਾਜ, ਪੋਤਰੇ ਨੂੰ ਕਿਉਂ ਦੇ ਰਹੇ ਨੇ? ਤੇ ਮਾਤਾ ਨਾਨਕੀ ਸੋਚਦੀ ਹੈ ਵੀ ਮੇਰਾ ਤੇਗ ਬਹਾਦਰ, ਉਹਦੇ ਨਾਲ ਬੜਾ ਪਿਆਰ ਹੈ, ਪਰ ਉਹਨੂੰ ਗੱਦੀ ਨਹੀਂ ਦੇ ਰਹੇ। ਇਹ ਗੁਰ ਸਤ ਸਭ ਕਾਜ ਸੰਭਾਰਾ। ਕਹਿੰਦੇ ਮਾਤਾ ਮਰਵਾਈ ਸੋਚਦੀ ਹੈ ਮੇਰਾ ਸੂਰਜਮਲ ਇਹ ਬਹੁਤ ਸਿਆਣਾ ਹੈ। ਬਾਬਾ ਸੂਰਜਮਲ ਜੀ ਜ਼ਿੰਮੇਵਾਰ ਜਿਵੇਂ ਹੁੰਦੇ ਨੇ, ਮੈਨੇਜਮੈਂਟ ਬਹੁਤ ਵਧੀਆ ਕਰ ਸਕਦੇ ਸਨ। ਉੱਦਾਂ ਵੀ ਕੱਦ ਕਾਠ ਵੀ ਬੜਾ ਉੱਚਾ ਲੰਮਾ ਸੀ, ਜਵਾਨ ਬੜੇ ਸਨ, ਸੁਣਖੇ ਸਨ ਪਿਤਾ ਜੀ ਦੀ ਤਰ੍ਹਾਂ। ਉਹਨਾਂ ਦੀ ਫੋਟੋ ਇੱਕ ਦਾਸ ਨੇ ਦੇਖੀ ਬਹੁਤ ਪੁਰਾਣੀ, ਪਿਤਾ ਜੀ ਦੀ ਤਰ੍ਹਾਂ 6.5 ਫੁੱਟ ਲੰਮਾ ਕੱਦ। ਉਸ ਵੇਲੇ ਦੀਆਂ ਫੋਟੋਆਂ ਜਿਹੜੀਆਂ ਬਣੀਆਂ ਹੋਈਆਂ ਨਾ, ਕਿਤੇ ਕਿਤੇ ਮਿਲਦੀਆਂ, 6ਵੇਂ ਪਾਤਸ਼ਾਹ ਦੀਆਂ, 7ਵੇਂ ਪਾਤਸ਼ਾਹ ਦੀਆਂ, ਬਾਬਾ ਸੂਰਜਮਲ ਜੀ ਦੀਆਂ।
ਸੋ ਬਾਬਾ ਗੁਰਦਿੱਤਾ ਜੀ ਸਾਰੇ ਸਾਹਿਬਜ਼ਾਦਿਆਂ ਦੇ ਪਰਿਵਾਰ ਦੀਆਂ ਫੋਟੋਆਂ, ਕਿਤੇ ਕਿਤੇ ਬਾਬੇ ਟਲ ਰਾਏ ਜੀ ਦੇ ਬੁੰਗੇ ਵਿੱਚ ਵੀ ਕਾਫੀ ਕੁਝ ਹੁੰਦਾ ਸੀ, ਹੁਣ ਤਾਂ ਪਤਾ ਨਹੀਂ। ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ 1984 ਵਿੱਚ ਸਾਧ ਸੰਗਤ ਜੀ ਸਰੂਪ ਸੀਗਾ, ਉਹਦੇ ਵਿੱਚ ਬੜੀਆਂ ਪੁਰਾਤਨ ਪੇਂਟਿੰਗਾਂ ਸਨ, ਜਿਹੜੀਆਂ ਕੰਧਾਂ ਤੋਂ ਥੋੜੇ ਮਾਰ ਮਾਰ ਕੇ ਢਾਹ ਛੱਡੀਆਂ। ਇਸ ਤਰ੍ਹਾਂ ਕਰਤਾ ਨਾ ਸੀ, ਕਰਤਾ ਸਾਰਾ ਇਤਿਹਾਸ ਹੀ ਖਤਮ ਕਰਤਾ। ਰਹੋ ਵਿਚਾਰ। ਸੋ ਖਾਲਸਾ ਜੀ, ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਬਾਬਾ ਜੀ, ਬਾਬਾ ਸੂਰਜਮਲ ਜੀ, ਮਾਤਾ ਜੀ ਮਾਤਾ ਮਰਵਾਈ ਜੀ ਸੋਚਦੇ ਹੈ ਵੀ ਉਹਨਾਂ ਨੂੰ ਗੁਰਤਾ ਗੱਦੀ ਕਿਉਂ ਨਹੀਂ ਮਿਲਦੀ। ਪਿਤ ਆਇਸ ਮਹਿ ਬਰਤਨ ਹਾਰਾ। ਮੇਰਾ ਪੁੱਤਰ ਸੂਰਜਮਲ ਪਿਤਾ ਦੀ ਆਗਿਆ ਵਿੱਚ ਚੱਲਣ ਵਾਲਾ, ਮੇਰਾ ਪੁੱਤਰ ਸੂਰਜਮਲ ਕਦੀ ਪਿਤਾ ਦਾ ਹੁਕਮ ਨਹੀਂ ਮੋੜਦਾ। ਦੇਸ਼ਨ ਦੇਸ਼ ਮਸੰਦ ਉਦਾਰਾ। ਔਰ ਇਹਦੀ ਜਾਣ ਪਛਾਣ ਵੀ ਬੜੀ ਹੈ। ਬਾਬੇ ਗੁਰਦਿੱਤੇ ਤੋਂ ਬਾਅਦ ਇਹ ਹੀ ਸਾਰੇ ਦੇਸ਼ਾਂ ਪ੍ਰਦੇਸ਼ਾਂ ਦੇ ਮਸੰਦਾਂ ਨੂੰ ਮਿਲਦਾ ਹੈ, ਜਿਹੜੇ ਦੂਰੋਂ ਦੂਰੋਂ ਮਸੰਦ ਗੁਰੂ ਘਰ ਦੇ ਪ੍ਰਬੰਧਕ ਗੱਦੀਦਾਰ ਮਾਇਆ ਇਕੱਠੀ ਕਰਕੇ ਲਿਆਉਂਦੇ ਨੇ, ਸੰਗਤਾਂ ਨੂੰ ਲੈ ਕੇ ਆਉਂਦੇ ਨੇ, ਸਿੱਖੀ ਦਾ ਪ੍ਰਚਾਰ ਦੇਸ਼ਾਂ ਪ੍ਰਦੇਸ਼ਾਂ 'ਚ ਕਰਨ ਜਾਂਦੇ ਨੇ। ਉਹ ਸਾਰੇ ਬਾਬਾ ਸੂਰਜਮਲ ਜੀ ਨਾਲ ਵਾਹ ਵਾਸਤਾ ਰੱਖਦੇ ਨੇ। ਲੈਬੋ ਦੇਬੋ ਕਾਜ ਬਿਸਾਲੇ। ਗੁਰੂ ਘਰ ਦੇ ਲੈਣ ਦੇਣ ਦੇ ਵੱਡੇ ਕੰਮ ਹਨ। ਲੱਖਾਂ ਰੁਪਈਆਂ ਦੀ ਆਮਦਨ ਹੈ, ਲੱਖਾਂ ਦਾ ਖਰਚਾ ਹੈ। ਸਗਰੇ ਕਰਤ ਸਮਤ ਕੇ ਨਾਲੇ। ਉਹ ਸਾਰੇ ਪ੍ਰਬੰਧ ਜਿਹੜੇ ਹਨ, ਗੁਰੂ ਘਰ ਦੀਆਂ ਬਿਲਡਿੰਗਾਂ, ਗੁਰੂ ਘਰ ਦੇ ਲੰਗਰ, ਗੁਰੂ ਘਰ ਦੀਆਂ ਫੌਜਾਂ, ਘੋੜੇ, ਸ਼ਸਤਰ ਬਸਤਰ, ਖਰਚਾ ਵੀ ਬਹੁਤ ਹੈ, ਆਮਦਨ ਵੀ ਹੈ। ਬਹੁਤ ਵੱਡੇ ਵੱਡੇ ਪ੍ਰਬੰਧ ਹਨ ਗੁਰੂ ਘਰ ਦੇ। ਉਹ ਸਾਰੇ ਬੜੀ ਸਮਤ ਦੇ ਨਾਲ, ਸਿਆਣਪ ਦੇ ਨਾਲ ਮੇਰਾ ਪੁੱਤਰ ਸੂਰਜਮਲ ਕਰਦਾ ਹੈ। ਤੇਗ ਖਰਚ ਆਦਿਕ ਗੁਰ ਘਰ ਕੇ। ਗੁਰੂ ਦੇ ਲੰਗਰ ਤੇ ਹਜ਼ਾਰਾਂ ਰੁਪਏ ਦਾ ਖਰਚਾ ਹੈ। ਰੋਜ਼ ਹਜ਼ਾਰਾਂ ਮਣ ਆਟਾ ਪੱਕਦਾ ਹੈ, ਦਾਲਾਂ ਸਬਜ਼ੀਆਂ, ਇਹ ਹੀ ਬੜਾ ਵੱਡਾ ਖਰਚਾ। ਇਹ ਸਾਰੀ ਜ਼ਿੰਮੇਵਾਰੀ ਸੂਰਜਮਲ ਸੰਭਾਲਦਾ ਹੈ। ਸਕਲ ਚਲਾਵਤ ਹੈ ਬੁੱਧ ਕਰਕੇ। ਇਹ ਆਪਣੀ ਬੁੱਧੀ ਦੇ ਬਲ ਨਾਲ ਸਾਰਾ ਕੁਝ ਕਰਦਾ ਹੈ, ਚਲਾਉਂਦਾ ਹੈ। ਜਗ ਗੁਰ ਇਸ ਕੀ ਦਿਸ਼ ਨਹਿ ਦੇਖਾ। ਪਰ ਮਹਾਰਾਜ ਜੀ ਨੇ, ਜਗਤ ਗੁਰੂ 6ਵੇਂ ਪਾਤਸ਼ਾਹ ਜੀ ਨੇ ਆਪਣੇ ਜਵਾਨ ਪੁੱਤਰ, ਸਿਆਣੇ ਪੁੱਤਰ ਸੂਰਜਮਲ ਦੀ ਸੇਵਾ ਵੱਲ ਨਹੀਂ ਵੇਖਿਆ। ਚਾਹਾ ਪੁੱਤਰ ਕੋ ਕਰਿਓ ਵਿਸ਼ੇਖਾ। ਤੇ ਪੋਤਰੇ ਨੂੰ ਗੁਰਿਆਈ ਦੇਣੀ ਚਾਹੁੰਦੇ ਨੇ। ਇਤਿਆਦਿਕ ਗੁਰ ਕਰਨੀ ਦਾਨ। ਇਸ ਤਰ੍ਹਾਂ ਸਾਧ ਸੰਗਤ ਜੀ ਦੋਵੇਂ ਗੁਰੂ ਕੇ ਮਹਿਲ, ਮਾਤਾ ਮਰਵਾਈ ਆਪਣੇ ਪੁੱਤਰ ਵੱਲੋਂ ਤੇ ਮਾਤਾ ਨਾਨਕੀ ਆਪਣੇ ਪੁੱਤਰ ਤੇਗ ਬਹਾਦਰ ਵੱਲੋਂ ਸੋਚਦੀਆਂ ਰਹਿੰਦੀਆਂ ਨੇ ਦੋਵੇਂ ਵੀ ਗੁਰਿਆਈ ਸਾਡੇ ਪੁੱਤਰਾਂ ਨੂੰ ਮਿਲਣੀ ਚਾਹੀਦੀ ਸੀ, ਪਰ ਮਹਾਰਾਜ ਪੋਤਰੇ ਨੂੰ ਦੇਣ ਲੱਗੇ ਹਨ। ਚਿਤਵਹਿ ਗੁਰਤਾ ਨਿਜ ਨਿਜ ਭਾਵਨ। ਆਪਣੇ ਆਪਣੇ ਘਰਾਂ 'ਚ ਬੈਠੀਆਂ ਆਪਣੇ ਆਪਣੇ ਘਰ ਗੁਰਤਾ ਗੱਦੀ ਆਉਣ ਬਾਰੇ ਸੋਚਦੀਆਂ ਨੇ। ਸਮਾਂ ਪਾਏ ਸ੍ਰੀ ਹਰਗੋਬਿੰਦ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਾਂ ਪਾ ਕੇ ਅੰਤఃਪੁਰ ਮਹਿ ਆਏ ਆਨੰਦ। ਇੱਕ ਦਿਨ ਆਪਣੇ ਮਹਿਲਾਂ ਵਿੱਚ ਆਏ ਨੇ, ਆਪਣੇ ਆਨੰਦ ਵਿੱਚ। ਨਿਜ ਸਤ ਹੇਤ ਕਹ ਹੈ ਮਰਵਾਹੀ। ਮਾਤਾ ਮਹਾਦੇਵੀ ਜੀ ਕੋਲ ਬੈਠੇ, ਪ੍ਰਸ਼ਾਦਾ ਪਾਣੀ ਛਕਾਇਆ ਸਤਿਗੁਰਾਂ ਨੂੰ। ਤੇ ਜਦੋਂ ਮੌਕਾ ਮਿਲਿਆ ਤੇ ਮਾਤਾ ਮਰਵਾਈ ਨੇ, ਮਹਾਦੇਵੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਖਿਆ, ਚਿਤ ਬਾਤ ਕੀ ਜਹ ਚਿਤ ਚਾਹੀ। ਇਹ ਮਹਾਰਾਜ, ਹੈ ਪਤੀ ਦੇਵ ਸੁਆਮੀ ਜੀ, ਆਪ ਸਿਆਣੇ ਹੋ, ਜਿਹੜੀ ਗੱਲ ਕਰਨੀ ਯੋਗ ਕਰਿਆ ਜੇ। ਫੈਸਲਾ ਕਰਨਾ ਤਾਂ ਚਲੋ ਤੁਸੀਂ ਹੈ, ਪਰ ਫੇਰ ਵੀ ਸੋਚ ਸਮਝ ਕੇ ਜਿਹੜੀ ਗੱਲ ਯੋਗ ਹੋਵੇ, ਹੱਕ ਬਣਦਾ ਹੋਵੇ ਜਿਹਦਾ, ਉਹਨੂੰ ਗੁਰਤਾ ਗੱਦੀ ਦਿਆ ਜੇ। ਸੂਰਜਮਲ ਵਡਿਆਈ ਜੋਗ। ਇਸ ਵੇਲੇ ਤੁਹਾਡਾ ਵੱਡਾ ਪੁੱਤਰ ਸੂਰਜਮਲ ਹੈ। ਠੀਕ ਹੈ, ਜਦੋਂ ਬਾਬਾ ਜੀ ਸਨ, ਬਾਬਾ ਗੁਰਦਿੱਤਾ ਜੀ ਵੱਡੇ ਸਨ, ਉਹ ਹੁਣ ਸੱਚਖੰਡ ਚਲੇ ਗਏ ਨੇ ਤੇ ਹੁਣ ਤਾਂ ਵਾਰੀ ਸੂਰਜਮਲ ਦੀ ਹੈ। ਸੂਰਜਮਲ ਵਡਿਆਈ ਦੇ ਯੋਗ ਹੈ। ਸੂਰਜਮਲ ਗੁਰੂ ਘਰ ਦੀ ਜ਼ਿੰਮੇਵਾਰੀ ਸਾਰੀ ਸੰਭਾਲਦਾ ਹੈ। ਵੱਡੋ ਪੁੱਤਰ ਇਹੋ ਸਮਤ ਸੰਜੋਗ। ਇਹ ਹੁਣ ਵੱਡਾ ਹੈ। ਠੀਕ ਹੈ ਵੀ ਵੱਡੇ ਬਾਬਾ ਗੁਰਦਿੱਤਾ ਜੀ ਸਨ, ਪਰ ਹੁਣ ਤਾਂ ਇਹ ਵੱਡਾ ਨਾ, ਤੇ ਨਾਲੇ ਗੁਰੂ ਘਰ ਦਾ ਕਿੱਡਾ ਵੱਡਾ ਪ੍ਰਬੰਧ ਹੈ, ਸਾਰੀ ਜ਼ਿੰਮੇਵਾਰੀ ਸੰਭਾਲਦਾ ਮੇਰਾ ਪੁੱਤਰ। ਸ਼੍ਰੀ ਗੁਰਦਿੱਤਾ ਹੋਤੋ ਵਡੇਰੋ। ਬਾਬਾ ਗੁਰਦਿੱਤਾ ਜੀ ਵੱਡੇ ਸਨ। ਗੁਰਤਾ ਉਚਿਤ ਸਭਿਨ ਸ਼ਬਹੇਰੋ। ਉਹ ਗੁਰਿਆਈ ਦੇ ਹੱਕਦਾਰ ਸਨ। ਤੁਹਾਡੀ ਥਾਂ ਤੇ ਬਾਬਾ ਗੁਰਦਿੱਤਾ ਜੀ ਨੂੰ ਗੱਦੀ ਮਿਲਣੀ ਸੀ। ਸਾਰੇ ਕਹਿੰਦੇ ਸਨ ਵੀ ਉਹ
ਹਰ ਤਰ੍ਹਾਂ ਨਾਲ ਪੂਰੇ ਹਨ, ਗੁਰਤਾ ਗੱਦੀ ਦੇ ਹੱਕਦਾਰ ਹਨ। ਪ੍ਰਾਨ ਅੰਤ ਅਚਕ ਤਿਨ ਹੋਵਾ। ਪਰ ਅਚਾਨਕ ਹੀ ਬਾਬਾ ਜੀ, ਬਾਬਾ ਗੁਰਦਿੱਤਾ ਜੀ ਹੁਣ ਸਾਨੂੰ ਵਿਛੋੜਾ ਦੇ ਗਏ ਨੇ, ਚਲਾਣਾ ਕਰ ਗਏ ਨੇ। ਉਹਨਾਂ ਦੇ ਜਾਣ ਤੋਂ ਬਾਅਦ ਦੀਰਘ ਅਚਰਜ ਨਰ ਗਨ ਜੋਵਾ। ਕਹਿੰਦੇ ਇਹ ਗੱਲ ਬੜੀ ਹੈਰਾਨੀ ਵਾਲੀ ਹੋਈ ਹੈ ਸਾਰਿਆਂ ਵਾਸਤੇ, ਸਭ ਨੂੰ ਦੁੱਖ ਹੈ ਇਸ ਗੱਲ ਦਾ। ਬਾਬਾ ਜੀ ਗੁਰਦਿੱਤਾ ਜੀ ਦਾ ਚਲਾਣਾ ਸਾਰੀ ਸ੍ਰਿਸ਼ਟੀ ਵਾਸਤੇ, ਸਾਰੇ ਸੰਗਤ ਵਾਸਤੇ ਦੁਖਦਾਈ ਹੈ। ਅਬ ਸੂਰਜ ਮਲ ਸਮਤ ਬਿਲੰਦ। ਪਰ ਹੁਣ ਮਹਾਰਾਜ, ਹੁਣ ਤੁਹਾਡਾ ਦੂਜੇ ਨੰਬਰ ਦਾ ਪੁੱਤਰ ਜਿਹੜਾ ਹੈ ਸੂਰਜਮਲ ਹੈ। ਬਾਬੇ ਗੁਰਦਿੱਤੇ ਤੋਂ ਬਾਅਦ ਵਾਰੀ ਉਹਦੀ ਹੈ, ਗੁਰੂ ਘਰ ਦੀ ਜ਼ਿੰਮੇਵਾਰੀ ਉਹ ਸੰਭਾਲਦਾ ਹੈ। ਅਹ ਆਪ ਕੋ ਦੀਰਘ ਨੰਦ। ਨਾਲੇ ਤੁਹਾਡੇ ਪੁੱਤਰਾਂ ਚੋਂ ਹੁਣ ਵੱਡਾ ਉਹੀ ਰਹਿ ਗਿਆ ਹੈ। ਤਿਸਕੇ ਹੋਤ ਅਪਰ ਨਹਲਾਇਕ। ਉਹਦੇ ਹੁੰਦਿਆਂ, ਸੂਰਜਮਲ ਦੇ ਹੁੰਦਿਆਂ ਕਿਸੇ ਹੋਰ ਨੂੰ ਗੁਰਿਆਈ ਦੇਣੀ, ਇਹ ਮੈਨੂੰ ਯੋਗ ਨਹੀਂ ਜਾਪਦਾ। ਮਾਤਾ ਮਹਾਦੇਵੀ ਕਹਿੰਦੀ ਹੈ ਬਈ ਮੈਨੂੰ ਲੱਗਦਾ ਨਹੀਂ ਵੀ ਸੂਰਜਮਲ ਨਾਲੋਂ ਕਿਸੇ ਹੋਰ ਨੂੰ ਗੁਰਿਆਈ ਤੁਸੀਂ ਦਿਓ। ਪੋਤਰਾ ਤੁਹਾਡਾ ਛੋਟਾ ਹੈ, ਪਿਆਰ ਤੁਸੀਂ ਕਰਦੇ ਉਹਨੂੰ, ਪਰ ਪੁੱਤਰਾਂ ਦੀ ਥਾਂ ਪੋਤਰੇ ਨੂੰ ਗੱਦੀ ਦੇਣੀ ਯੋਗ ਨਹੀਂ ਹੈ। ਬਨੋ ਆਪ ਵਡਿਆਈ ਦਾਇਕ। ਤੁਸੀਂ ਵਡਿਆਈਆਂ ਦੇਣ ਵਾਲੇ ਹੋ, ਦਾਤੇ ਤਾਂ ਤੁਸੀਂ ਹੋ, ਮਰਜ਼ੀ ਤੁਸੀਂ ਆਪਣੀ ਕਰਨੀ ਹੈ। ਮੈਂ ਤਾਂ ਕੁਝ ਕਹਿ ਨਹੀਂ ਸਕਦੀ, ਪਰ ਮੇਰੀ ਇੰਨੀ ਬੇਨਤੀ ਹੈ ਵੀ ਸੋਚ ਸਮਝ ਕੇ ਫੈਸਲਾ ਕਰਿਆ ਜੇ। ਮੇਰੇ ਪੁੱਤਰ ਦਾ ਹੱਕ ਬਣਦਾ ਹੈ। ਸੂਰਜਮਲ ਵੱਡਾ ਹੈ, ਨਾਲੇ ਸਿਆਣਾ ਹੈ, ਜੇਸ਼ਟ ਪੁੱਤਰ ਗ੍ਰੰਥ ਲੈ ਰਾਖਾ। ਤੇ ਵੱਡੇ ਪੋਤਰੇ ਤੁਹਾਡੇ ਨੇ, ਧੀਰਮਲ ਨੇ, ਕਰਤਾਰਪੁਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਕਬਜ਼ੇ 'ਚ ਰੱਖ ਲਿਆ ਹੈ। ਮੈਂ ਹੋ ਗੁਰੂ ਸੰਗਤ ਮਹਿ ਭਾਖਾ। ਤੇ ਲੋਕਾਂ ਵਿੱਚ ਬਾਬਾ ਧੀਰਮਲ ਪ੍ਰਚਾਰ ਕਰਦਾ ਹੈ ਵੀ ਮੈਂ ਗੁਰੂ ਬਣਨਾ, ਮੈਂ ਗੁਰੂ ਹਾਂ। ਗੁਰੂ ਗ੍ਰੰਥ ਸਾਹਿਬ ਮੇਰੇ ਕੋਲ ਹੈ। ਜਿਹਦੇ ਕੋਲ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਅਰਜਨ ਦੇਵ ਜੀ ਦੇ ਹੱਥ ਦਾ ਲਿਖਿਆ ਹੋਇਆ, ਉਹਨਾਂ ਦੇ ਸਮੇਂ ਦਾ ਲਿਖਿਆ ਹੋਇਆ, ਉਹੀ ਗੁਰੂ ਬਣੇਗਾ। ਸੋ ਮੈਂ ਆਪਣੇ ਪੜਦਾਦੇ ਦੀ ਵਿਰਾਸਤ ਦਾ ਮਾਲਕ ਹਾਂ। ਇੱਦਾਂ ਉਸਨੇ ਗੱਲ ਸੰਗਤ ਵਿੱਚ ਕਹਿਣੀ ਸ਼ੁਰੂ ਕਰ ਦਿੱਤੀ ਹੈ। ਕਪਟ ਆਪ ਤੇ ਕਰਤ ਹੈ ਰਹਿਓ। ਪਰ ਨਾਲੇ ਉਹਦੇ ਮਨ 'ਚ ਕਪਟ ਵੀ ਹੈ, ਤੁਹਾਡੇ ਨਾਲੋਂ ਵੱਖਰਾ ਹੋ ਕੇ ਰਹਿ ਗਿਆ। ਉਹਦੇ ਉੱਥੇ ਰਹਿਣ ਦਾ ਕਾਰਨ ਸਭ ਨੂੰ ਪਤਾ ਵੀ ਕਿਉਂ ਕਰਤਾਰਪੁਰ ਰਿਹਾ, ਕੀਰਤਪੁਰ ਕਿਉਂ ਨਹੀਂ ਆਇਆ, ਬਾਬੇ ਗੁਰਦਿੱਤੇ ਜੀ ਦੇ ਭੋਗ ਤੇ ਵੀ ਨਹੀਂ ਆਇਆ। ਮਨ ਵਿੱਚ ਇਹ ਕਪਟ ਸੀ ਵੀ ਜੇ ਮੈਂ ਉੱਥੇ ਜਾਵਾਂਗਾ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਵਾਂਗਾ, ਤੇ ਉਹ ਉਹਨਾਂ ਨੇ ਵਾਪਸ ਨਹੀਂ ਦੇਣਾ, ਤੇ ਉੱਥੇ ਉਹਨਾਂ ਨੇ ਮੈਨੂੰ ਕੀ ਦੇਣਾ, ਮੈਂ ਇੱਥੇ ਹੀ ਰਵਾਂਗਾ। ਧੀਰਮਲ ਜਿਹੜਾ ਹੈ ਮਨ ਦੇ ਵਿੱਚ ਕਪਟ ਰੱਖਦਾ ਹੈ। ਤੁਮ ਅਧੀਨ ਹੋਇਆ ਨਹਿ ਪਦ ਲਹਿਓ। ਮਹਾਰਾਜ ਉਹਨੇ ਤੁਹਾਡਾ ਹੁਕਮ ਨਹੀਂ ਮੰਨਿਆ, ਨਾ ਉਹ ਸਿੱਖੀ ਦੀ ਪਦਵੀ ਤੇ ਰਿਹਾ ਤੇ ਨਾ ਗੁਰੂ ਦੀ। ਹਾਂਜੀ, ਅੰਸ਼ ਗੁਰੂ ਅੰਗਦ ਕੀ ਚੋਏ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੇ ਪਾਤਸ਼ਾਹ ਜੀ ਦੀ ਜੋ ਅੰਸ਼ ਬੰਸ ਗੁਰੂ ਅੰਗਦ ਦੇਵ ਜੀ ਦੇ ਪੋਤੇ ਪੜਪੋਤੇ ਹਨ, ਆਵਤ ਹੋਤੇ ਆਪ ਢਿਗ ਸੋਏ। ਉਹ ਇੱਥੇ ਤੁਹਾਡੇ ਕੋਲ ਅਫਸੋਸ ਕਰਨ ਆ ਰਹੇ ਸੀ। ਬਾਬੇ ਗੁਰਦਿੱਤੇ ਦੇ ਭੋਗ ਤੇ ਉਹਨਾਂ ਨੇ ਪਹੁੰਚਣਾ ਸੀ। ਕਰ ਸਨਮਾਨ ਕਪਟ ਕੋ ਧਾਰ। ਕਹਿੰਦੇ ਧੀਰਮਲ ਨੇ ਉਹਨਾਂ ਦਾ ਇੰਨਾ ਸਨਮਾਨ ਕੀਤਾ, ਇੰਨਾ ਉਹਨਾਂ ਨੂੰ ਆਦਰ ਮਾਣ ਦਿੱਤਾ, ਕਰਿਓ ਸਥਾਪਨ ਤਿਹ ਸੋ ਪਿਆਰ। ਉਹਨਾਂ ਨਾਲ ਪ੍ਰੇਮ ਪਾ ਲਿਆ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪੋਤੇ ਨੂੰ ਕਹਿਣ ਲੱਗਾ, ਬਾਪੂ ਜੀ ਤੁਸੀਂ ਉੱਥੇ ਕੀ ਕਰਨ ਜਾਣਾ, ਇਹ ਵੀ ਤਾਂ ਗੁਰੂ ਦਾ ਹੀ ਘਰ ਹੈ, ਮੇਰੇ ਪਿਓ ਦਾ ਭੋਗ ਹੈ, ਇੱਥੇ ਰਹਿ ਜਾਓ, ਆਪਾਂ ਇੱਥੇ ਭੋਗ ਪਾ ਲੈਂਦੇ ਹਾਂ। ਯਾਨੀ ਬਾਬਾ ਦਾਤੂ ਦੇ ਪੁੱਤਰ ਤੇ ਸ੍ਰੀ ਗੁਰੂ ਅੰਗਦ ਦੇਵ ਦੇ ਪੋਤੇ ਨੂੰ ਧੀਰਮਲ ਨੇ ਤੁਹਾਡੇ ਕੋਲ ਆਉਣ ਨਹੀਂ ਦਿੱਤਾ। ਉਹ ਵਿਚਾਰਾ ਬਜ਼ੁਰਗ ਉੱਥੇ ਹੀ ਗੁਰੂ ਮਹਾਰਾਜ ਦੀ ਨਗਰੀ ਕਰਤਾਰਪੁਰ ਤੋਂ ਹੀ ਵਾਪਸ ਮੁੜ ਗਿਆ ਖੰਡੂਰ ਸਾਹਿਬ ਨੂੰ, ਕੀਰਤਪੁਰ ਨਹੀਂ ਆਇਆ। ਰਾਵਰ ਢਿਗ ਨਹਿ ਆਵਨ ਦੀਨ। ਤੁਹਾਡੇ ਕੋਲ ਆਉਣ ਨਹੀਂ ਦਿੱਤਾ। ਉਹ ਘਰੋਂ ਤਾਂ ਚੱਲੇ ਸੀਗੇ, ਖੰਡੂਰ ਸਾਹਿਬ ਵਾਲੇ ਤੇ ਗੋਇੰਦਵਾਲ ਸਾਹਿਬ ਵਾਲੇ, ਭੱਲੇ ਵੀ ਤੇ ਦਰੇਣ ਵੀ ਇਕੱਠੇ ਹੋ ਕੇ ਤੁਰੇ ਵੀ ਚਲੋ ਕੀਰਤਪੁਰ ਸਾਹਿਬ ਚੱਲੀਏ, ਦੁੱਖ ਦੀ ਘੜੀ ਹੈ, ਭੋਗ ਤੇ ਪਹੁੰਚੀਏ। ਬਾਬੇ ਗੁਰਦਿੱਤੇ ਦੀ ਅੰਤਮ ਅਰਦਾਸ ਤੇ ਆਉਣਾ ਸੀ ਸਾਰਿਆਂ ਨੇ। ਰਸਤੇ 'ਚ ਧੀਰਮਲ ਕੋਲ ਠਹਿਰ ਗਏ। ਧੀਰਮਲ ਨੇ ਇਹੋ ਜਿਹੀ ਨੀਤੀ ਖੇਡੀ, ਪਹਿਲਾਂ ਤਾਂ ਬਾਬੇ ਸੁੰਦਰ ਤੇ ਪਰਮਾਨੰਦ ਨੂੰ ਸਮਝਾਉਂਦਾ ਰਿਹਾ ਵੀ ਤੁਸੀਂ ਇੱਥੇ ਰਹਿ ਜਾਓ, ਤੁਸੀਂ ਨਾ ਜਾਓ, ਪਰ ਉਹ ਤਾਂ ਮੰਨੇ ਨਹੀਂ। ਤੇ ਫੇਰ ਗਾਂ ਬਾਬੇ ਦਾਤੂ ਦੇ ਪੁੱਤਰ ਨੂੰ ਮਨਾ ਲਿਆ, ਉਹਨੂੰ ਨਹੀਂ ਆਉਣ ਦਿੱਤਾ। ਹਾਂਜੀ।
ਰਾਖਿਓ ਆਪਣੇ ਨਿਕਟ ਪਰਬੀਨ। ਕਹਿੰਦੇ ਬੜੇ ਚਲਾਕੀ ਹੁਸ਼ਿਆਰੀ ਨਾਲ ਗੱਲਾਂ ਬਾਤਾਂ ਕਰਕੇ ਧੀਰਮਲ ਨੇ ਉਹਨਾਂ ਨੂੰ ਖੰਡੂਰ ਸਾਹਿਬ ਵਾਲਿਆਂ ਨੂੰ, ਸਾਹਿਬਜ਼ਾਦਿਆਂ ਨੂੰ, ਭੱਲਿਆਂ ਤਰੇਣਾ ਨੂੰ ਆਪਣੇ ਕੋਲ ਰੱਖ ਲਿਆ। ਸੰਗਤ ਮਹਿ ਕਹਿਵਾਵਨ ਕਾਰਨ। ਸੰਗਤ ਚ ਘੁਆਉਣ ਵਾਸਤੇ। ਕੱਲ ਨੂੰ ਕੋਈ ਗੱਲ ਹੋਵੇਗੀ, ਇਹ ਕਵਾਂਗਾ ਵੀ ਦੇਖੋ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪਰਿਵਾਰ ਹੈ, ਉਹ ਮੇਰੇ ਨਾਲ ਨੇ, ਉਹਨਾਂ ਨੇ ਮੈਨੂੰ ਮਾਨਤਾ ਦਿੱਤੀ ਹੈ, ਗੱਦੀ ਤੇ ਮੇਰੇ ਕੋਲ ਹੈ। ਹਾਂਜੀ, ਧੀਰ ਮਲ ਗੁਰ ਕਰ ਹੈ ਉਚਾਰਨ। ਉਹ ਆਪਣੇ ਆਪ ਨੂੰ ਧੀਰਮਲ ਗੁਰੂ ਕਹਾਉਣ ਲੱਗ ਪਿਆ, ਹੁਣੇ ਹੀ ਕਹਾਉਣ ਲੱਗ ਪਿਆ ਵੀ ਗੁਰੂ ਧੀਰਮਲ। ਅਜੇ ਪਤਾ ਨਹੀਂ ਕਦੋਂ ਗੁਰੂ ਬਣਨਾ ਉਹਨੇ, ਪਰ ਉਹ ਲੋਕਾਂ ਵਿੱਚ ਤਾਂ ਹੁਣੇ ਤੋਂ ਹੀ ਗੁਰੂ ਬਣਿਆ ਬੈਠਾ ਹੈ। ਇਤਿਆਦਿਕ ਛਲ ਬਲ ਬਹੁ ਧਰੈ। ਇਹਦਾ ਦੇ ਮਹਾਰਾਜ ਤੁਹਾਡਾ ਵੱਡਾ ਪੋਤਰਾ ਛਲ ਬਲ ਕਰਦਾ ਹੈ। ਸੰਗਤ ਤੇ ਪਚਵਾਵਨ ਕਰੈ। ਸੰਗਤ ਕੋਲੋਂ ਆਪਣੀ ਪੂਜਾ ਕਰਾਂਦਾ ਗੁਰੂ ਬਣ ਬੈਠਾ ਹੈ। ਪਾਸ ਗ੍ਰੰਥ ਤੇ ਜਾਨੀ ਪਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਸਰੂਪ ਉਹਦੇ ਕੋਲ ਹੈ, ਤੇ ਉਹ ਕੋਲ ਰੱਖਣ ਕਰਕੇ ਲੋਕਾਂ ਨੂੰ ਵੀ ਭੁਲੇਖਾ ਇਹ ਪੈਂਦਾ ਵੀ ਜਿਹਦੇ ਕੋਲ ਗੁਰੂ ਗ੍ਰੰਥ ਸਾਹਿਬ ਹੈ, ਅਸਲੀ ਗੁਰੂ ਤੇ ਉਹੀ ਹੋਏਗਾ। ਹਾਂਜੀ, ਬਹੁ ਧਨ ਪੂਜਾ ਕੋ ਤਹ ਚਰ ਹੈ। ਤੇ ਉੱਥੇ ਬੜੀ ਪੂਜਾ ਚੜ੍ਹਦੀ ਗੁਰੂ ਗ੍ਰੰਥ ਸਾਹਿਬ ਦੀ ਭੀੜ ਦੇ ਦਰਸ਼ਨ ਕਰਨ ਦੁਨੀਆ ਜਿਹੜੀ ਆਉਂਦੀ ਹੈ, ਉਹ ਜੋ ਚੜਾਵਾ ਚੜਾਉਂਦੀ ਹੈ ਸਾਰਾ ਧੀਰਮਲ ਹੀ ਸਾਂਭਦਾ ਹੈ। ਇਮ ਆਪਨ ਕਰ ਲੀਨ ਗੁਜਾਰਾ। ਏਦਾਂ ਧੀਰਮਲ ਨੇ ਆਪਣਾ ਗੁਜ਼ਾਰਾ ਬਣਾ ਲਿਆ ਕਰਤਾਰਪੁਰ ਦੇ ਵਿੱਚ। ਤੁਮਰੇ ਅਛਤ ਰਹਿਓ ਹੋਏ ਨਿਆਰਾ। ਦੇਖੋ ਮਹਾਰਾਜ ਤੁਹਾਡੇ ਹੁੰਦਿਆਂ ਹੀ ਤੁਹਾਡਾ ਵੱਡਾ ਪੋਤਰਾ ਤੁਹਾਡੇ ਤੋਂ ਨਿਆਰਾ ਹੋ ਗਿਆ। ਪੋਤਰਾ ਅਲਪ ਹੈ ਹਰ ਰਾਏ। ਛੋਟਾ ਪੋਤਰਾ ਤੁਹਾਡਾ ਹਰ ਰਾਏ ਤੁਹਾਡੇ ਕੋਲ ਹੈ। ਲੱਗ ਪਿਆ ਸਮਰੱਥ ਬਿਨਾ ਲਖਾਏ। ਕਹਿੰਦੇ ਉਮਰ ਛੋਟੀ ਹੈ, ਅਜੇ ਬੱਚਾ ਹੈ, ਇਹਨੂੰ ਅਜੇ ਕੀ ਪਤਾ ਦੁਨੀਆਦਾਰੀ ਦਾ, ਸਮਾਜ ਦਾ। ਸੋ ਤੁਮ ਪਾਸ ਰਹਿਓ ਤਿਹ ਧਰ ਕੈ। ਉਹ ਤੁਹਾਡੇ ਕੋਲ ਰਹਿ ਗਿਆ, ਤੁਸੀਂ ਲੈ ਆਏ ਨਾਲ, ਪਿਆਰ ਕਰਦੇ ਹੋ, ਪੋਤਾ ਹੈ, ਤੁਹਾਡੇ ਆਸਰੇ ਤੇ ਬੈਠਾ ਹੈ। ਨਿਜ ਭਰਾਤਾ ਕੋ ਸੰਗ ਪਰ ਹਰ ਹੈ। ਉਹ ਤੁਹਾਡੇ ਕਰਕੇ ਆਪਣੇ ਭਾਈ ਦਾ ਸਾਥ ਛੱਡ ਰਿਹਾ, ਭਾਵ ਧੀਰਮਲ ਤੋਂ ਦੂਰ ਹੋ ਗਿਆ। ਨਿਸ ਦਿਨ ਸੰਗਤ ਰਾਵਰ ਕੇਰੀ। ਦਿਨ ਰਾਤ ਉਹਨੂੰ ਤੁਹਾਡੀ ਸੰਗਤ ਮਿਲੀ ਹੋਈ ਹੈ, ਹਰ ਵੇਲੇ ਤੁਹਾਡੇ ਕੋਲ ਰਹਿੰਦਾ ਹੈ। ਕਰਤ ਰਹਿਤ ਸ਼ਬ ਰੁਖ ਕੋ ਹੇਰੀ। ਤੁਹਾਡਾ ਸੰਗ ਕਰਦਾ ਹੈ, ਤੁਹਾਡੇ ਨਾਲ ਬਾਣੀ ਪੜ੍ਹਦਾ ਹੈ, ਸੁਣਦਾ ਹੈ। ਤਿਸ ਪਰ ਆਪ ਪ੍ਰਸੰਨਤਾ ਧਾਰਤ। ਤੁਸੀਂ ਉਹਦੇ ਤੇ ਬਹੁਤ ਪ੍ਰਸੰਨ ਹੋ, ਇਹ ਦਿਸ ਰਿਹਾ ਸਾਰਿਆਂ ਨੂੰ ਵੀ ਤੁਸੀਂ ਪੋਤਰੇ ਦਾ ਜ਼ਿਆਦਾ ਖਿਆਲ ਕਰਦੇ ਹੋ ਸਤਿਗੁਰੂ ਜੀ। ਹੇਰਤ ਸਗਰੇ ਲੋਕ ਉਚਾਰਤ। ਤੇ ਲੋਕ ਵੀ ਸਾਰੇ ਵੇਖ ਕੇ ਇਉਂ ਕਹਿਣ ਲੱਗ ਪਏ ਨੇ ਗੁਰਤਾ ਗੱਦੀ ਦੇਹ ਬਿਠਾਏ। ਕਿ ਮਹਾਰਾਜ ਆਪਣੀ ਗੱਦੀ ਤੇ, ਗੁਰਤਾ ਗੱਦੀ ਤੇ ਪੋਤਰੇ ਹਰ ਰਾਏ ਨੂੰ ਹੀ ਬਿਠਾਣਗੇ। ਸਭ ਤੇ ਹਰੀ ਰਾਏ ਵਡਿਆਏ। ਹਰੀ ਰਾਏ ਨੂੰ ਸਾਰਿਆਂ ਤੋਂ ਵਡਿਆਈ ਮਿਲੇਗੀ। ਸੁਨ ਸੁਨ ਚਿਤ ਮੈਂ ਦੁਆ ਤੁਚਤਾਈ। ਤਾਂ ਮੇਰੇ ਮਨ ਵਿੱਚ ਸੁਣ ਸੁਣ ਕੇ ਦੁਬਦਾ ਪੈਂਦੀ। ਮੈਂ ਸੋਚਦੀ ਹਾਂ ਵੀ ਪੁੱਤਰ ਦਾ ਮੇਰਾ ਸੂਰਜਮਲ ਸਾਰਾ ਕੰਮ ਸੰਭਾਲਦਾ, ਐਡਾ ਗੁਰੂ ਘਰ ਦੇ ਲੰਗਰਾਂ ਦਾ ਬੰਦੋਬਸਤ, ਫੌਜਾਂ ਦਾ ਬੰਦੋਬਸਤ, ਗੁਰੂ ਘਰ ਸੰਗਤਾਂ ਦੇ ਆਵੇ ਜਾਈ ਦੇ, ਲੰਗਰਾਂ ਦੇ, ਬਿਲਡਿੰਗਾਂ ਦੇ, ਤੇ ਬਹੁਤ ਵੱਡੇ ਹੋਰ ਗੁਰਦੁਆਰਿਆਂ ਦੀ ਸੇਵਾ, ਗੁਰੂ ਇਤਿਹਾਸੀ ਸਥਾਨਾਂ ਦੀ ਸਾਰੀ ਇਹ ਕਰਾਂਦਾ। ਤੇ ਮਹਾਰਾਜ ਗੱਦੀ ਇਹਨੂੰ ਮਿਲਣੀ ਨਹੀਂ, ਪੋਤੇ ਨੂੰ ਦੇਣੀ ਹੈ ਤੁਸੀਂ। ਇਸ ਕਰਕੇ ਮੇਰੇ ਮਨ 'ਚ ਦੁਬਦਾ ਹੈ। ਮਮ ਸਤ ਸਭ ਲਾਇਕ ਬਨ ਆਈ। ਮੇਰਾ ਪੁੱਤਰ ਹਰ ਤਰ੍ਹਾਂ ਨਾਲ ਯੋਗ ਹੈ, ਮੇਰਾ ਪੁੱਤਰ ਹਰ ਤਰ੍ਹਾਂ ਨਾਲ ਲਾਇਕ ਹੈ, ਉਹਨੂੰ ਬਣ ਆਉਂਦੀ ਹੈ ਗੁਰਤਾ ਗੱਦੀ ਤੇ ਬੈਠਣਾ, ਉਹਦਾ ਹੱਕ ਹੈ। ਗਾਦੀ ਉਚਿਤ ਲੈਨ ਕੇ ਇਹ ਗੁਰਤਾ ਗੱਦੀ ਲੈਣ ਦੇ ਉਚਿਤ ਹੱਕ ਸੂਰਜਮਲ ਦਾ ਹੈ। ਸੁਤ ਤਜ ਕਿਮ ਪਤਰੇ ਕੋ ਦੇਹ। ਆਪ ਜੀ ਪੁੱਤਰ ਨੂੰ, ਜਵਾਨ ਨੂੰ, ਸਿਆਣੇ ਪੁੱਤਰ, ਜ਼ਿੰਮੇਵਾਰ ਪੁੱਤਰ ਨੂੰ ਛੱਡ ਕੇ ਛੋਟੇ ਜਿਹੇ ਬੱਚੇ ਨੂੰ, ਪੋਤਰੇ ਨੂੰ ਕਿਵੇਂ ਗੱਦੀ ਦਿਓਗੇ? ਮੁਝ ਮਨ ਸੰਸਾ ਹੋਤ ਬਿਸਾਲਾ। ਮੇਰੇ ਮਨ 'ਚ ਬੜਾ ਭਾਰੀ ਸੰਸਾ ਹੈ ਮਹਾਰਾਜ ਜੀ। ਜਾਂ ਤੇ ਬੂਝਤ ਹੋ ਇਸ ਕਾਲਾ। ਇਸ ਕਰਕੇ ਮੈਂ ਪੁੱਛਦੀ ਹਾਂ ਵੀ ਤੁਸੀਂ ਗੱਦੀ ਸੱਚੀ ਮੁੱਚੀ ਘਰ ਰਾਏ ਨੂੰ ਹੀ ਦਿਓਗੇ ਕਿ ਮੇਰੇ ਪੁੱਤਰ ਦਾ ਵੀ ਕੋਈ ਖਿਆਲ ਕਰੋਗੇ? ਇਤਿਆਦਿਕ ਮਰਵਾਹੀ ਬੈਨ। ਇਹ ਤਾਂ ਮਾਤਾ ਮਹਾਂਦੇਵੀ ਜੀ ਨੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਹੈ। ਸੁਨ ਸਤਿਗੁਰ ਉਰ ਕਰੁਣਾ ਐਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਧਰਮ ਪਤਨੀ ਮਹਾਂਦੇਵੀ ਦੀ ਗੱਲ ਸੁਣ ਕੇ ਦਇਆ ਦੇ ਘਰ ਵਿੱਚ ਆਏ। ਕਹਿਓ ਨਾ ਚਿੰਤਾ ਕੀਜੈ ਕੋਈ। ਮਹਾਰਾਜ ਕਹਿੰਦੇ ਮਹਾਂਦੇਵੀ ਜੀ, ਭਵਿੱਖ ਦੀ ਚਿੰਤਾ ਨਹੀਂ ਕਰੀਦੀ ਹੁੰਦੀ। ਵਾਹਿਗੁਰੂ ਦੇ ਰੰਗਾਂ ਦਾ ਵਾਹਿਗੁਰੂ ਨੂੰ ਪਤਾ ਹੈ, ਕੱਲ ਨੂੰ ਕੀ ਹੋਣਾ ਉਹ ਪਰਮੇਸ਼ਰ ਜਾਣਦਾ ਹੈ। ਗੁਰੂ ਸਤਨ ਕੋ ਕਮੀ ਨ ਹੋਈ। ਗੁਰੂ ਦੇ ਪੁੱਤਰਾਂ ਨੂੰ ਕੋਈ ਕਮੀ ਨਹੀਂ।
ਤੂੰ ਇਹ ਸੋਚਦੀ ਹੈ ਨਾ ਵੀ ਤੇਰਾ ਪੁੱਤਰ ਕੀ ਕਰੇਗਾ। ਜਿਹੜੇ ਗੁਰੂ ਦੇ ਪੁੱਤਰ ਨੇ, ਗੁਰੂ ਦੇ ਤਾਂ ਕੁੱਤਿਆਂ ਵਿੱਚ ਕਰਾਮਾਤਾਂ ਹੁੰਦੀਆਂ, ਗੁਰੂ ਦੇ ਤਾਂ ਕੁੱਤਿਆਂ ਨੂੰ ਵੀ ਰੋਟੀਆਂ ਦੀ ਕਮੀ ਕੋਈ ਨਹੀਂ। ਇਹ ਤਾਂ ਮੇਰੇ ਪੁੱਤਰ ਨੇ, ਜੇ ਮੇਰੇ ਭਾਣੇ ਵਿੱਚ ਚੱਲਣਗੇ ਇਹਨਾਂ ਨੂੰ ਕੋਈ ਕਮੀ ਨਹੀਂ ਆਵੇਗੀ। ਸਭ ਜਗ ਸਿੱਖ ਸੰਗਤ ਸੁਖ ਪਾਵੈ ਹੈ। ਸਭ ਸੰਗਤਾਂ, ਸਭ ਸਿੱਖ ਗੁਰੂ ਦੇ ਜਿੰਨੇ ਮੇਰਾ ਨਾਂ ਲੈਣ ਵਾਲੇ ਨਾ, ਉਹਨਾਂ ਨੂੰ ਵੀ ਸੁੱਖ ਮਿਲਣਾ, ਉਹਨਾਂ ਨੂੰ ਕੋਈ ਕਮੀ ਨਹੀਂ ਰਹਿਣੀ। ਪੁੱਤਰਾਂ ਨੂੰ ਤਾਂ ਕੀ ਕਮੀ ਰਹੇਗੀ। ਹਾਂਜੀ, ਗੁਰ ਕੀ ਕਾਰ ਇਨ ਹੋ ਅਰ ਪਾਵੈ ਹੈ। ਗੁਰੂ ਦੀ ਕਾਰ ਭੇਟਾ ਗੁਰੂ ਕੋਲ ਪਹੁੰਚਣੀ ਹੈ, ਸੰਗਤ ਨੇ ਭੇਜਣੀ ਹੈ, ਤੇ ਬਾਬਾ ਸੂਰਜਮਲ ਜੀ ਦਾ ਵੀ ਸਤਿਕਾਰ ਮਾਣ ਬਹੁਤ ਬਣਿਆ ਰਹੇਗਾ। ਅਰ ਜੋ ਚਾਹਤ ਅਦਕ ਵਡਾਈ। ਜਿਹੜੀ ਵਡਿਆਈ ਹੈ ਗੁਰਤਾ ਗੱਦੀ ਦੀ ਜੋ ਚਾਹੁੰਦੇ ਹੋ, ਪੂਰਬ ਕੀ ਹੋਏ ਜਾਹਿ ਕਮਾਈ। ਇਹ ਤਾਂ ਭਾਈ ਪੂਰਬਲੀ ਕਮਾਈ ਦੇ ਹਿਸਾਬ ਨਾਲ ਹੈ। ਦਿਚੈ ਪੂਰਬ ਦੇਵਣਾ, ਜਿਸ ਦੀ ਵਸਤ ਤਿਸੈ ਘਰ ਆਵੇ। ਜਿਹਨੇ ਪਹਿਲਾਂ ਬੀਜਿਆ ਉਹੀ ਉਗਣਾ। ਇਹਨਾਂ ਦੀ ਜਿੰਨੀ ਕਮਾਈ ਹੈ ਓਨਾ ਕੁ ਫਲ ਮਿਲਣਾ। ਹਾਂਜੀ, ਉਚਿਤ ਜੋ ਸ਼੍ਰੀ ਨਾਨਕ ਮਸੰਦ। ਜੋ ਗੁਰੂ ਨਾਨਕ ਦੇਵ ਜੀ ਗੱਦੀ ਦੇ ਬਹਿਣ ਦਾ ਯੋਗ ਅਧਿਕਾਰੀ ਹੋਵੇਗਾ, ਜਿਹੜਾ ਇਸ ਗੱਦੀ ਦਾ ਹੱਕਦਾਰ ਹੋਵੇਗਾ, ਉਹਨੂੰ ਮਿਲ ਜਾਏਗੀ। ਹਾਂਜੀ, ਸੋ ਬੈਠੇ ਹੈ ਗੋ ਭਾਗ ਬਿਲੰਦ। ਉਹਦੇ ਭਾਗਾਂ ਵਿੱਚ ਉਹਦੇ ਮੱਥੇ ਤੇ ਤਿਲਕ ਲੱਗੇਗਾ ਗੁਰਿਆਈ ਦਾ, ਜਿਹੜਾ ਇਸ ਗੱਦੀ ਦਾ ਹੱਕਦਾਰ ਹੋਵੇਗਾ। ਇਹ ਗੱਦੀ ਕੋਈ ਪਿਓ ਦਾਦੇ ਦੀ ਵਿਰਾਸਤ ਨਹੀਂ ਹੈ, ਇਹ ਤਾਂ ਬਖਸ਼ਿਸ਼ ਹੈ। ਜਿਹੜਾ ਬਖਸ਼ਿਸ਼ ਦਾ ਹੱਕਦਾਰ ਹੋਵੇਗਾ ਉਹਨੂੰ ਬਖਸ਼ਿਸ਼ ਮਿਲੇਗੀ। ਹਾਂਜੀ, ਇਹੋ ਕਿਸਹੂ ਕੇ ਕਰ ਮਹਿ ਨਾਹੀ। ਇਹ ਕਿਸੇ ਦੇ ਹੱਥ ਵਿੱਚ ਲੈਣੀ ਦੇਣੀ ਨਹੀਂ ਹੈ। ਗੁਰਤਾ ਗੱਦੀ ਨਾ ਕੋਈ ਦੇ ਸਕਦਾ, ਨਾ ਕੋਈ ਲੈ ਸਕਦਾ। ਕਰੇ ਜਤਨ ਨਹਿ ਪ੍ਰਾਪਤ ਪਾਹੀ। ਜਿੰਨੇ ਮਰਜ਼ੀ ਕੋਈ ਯਤਨ ਕਰ ਲੇ, ਇਦਾਂ ਥੋੜਾ ਮਿਲਦੀ ਗੱਦੀ। ਬਾਬਾ ਪ੍ਰਿਥੀ ਚੰਦ ਸਾਰੀ ਉਮਰ ਯਤਨ ਕਰਦਾ ਰਿਹਾ ਗੁਰਤਾ ਗੱਦੀ ਲੈਣ ਵਾਸਤੇ, ਨਹੀਂ ਮਿਲੀ। ਇਹ ਗੁਰਤਾ ਗੱਦੀ ਕਿਸੇ ਦੀ ਵਿਰਾਸਤ ਨਹੀਂ, ਇਹ ਤੇ ਗੁਰੂ ਬਾਬੇ ਦੀ ਬਖਸ਼ਿਸ਼ ਹੈ। ਪੁੱਤਰ ਆਦਿ ਸੰਬੰਧੀ ਸਾਰੇ। ਪੁੱਤਰ ਆਦਿਕ ਸਾਰੇ ਰਿਸ਼ਤੇਦਾਰ ਸੰਬੰਧੀ ਗੁਰੂ ਘਰ ਦੇ ਹੋਏ ਸਖਾ ਸੇਵਕ ਔਰ ਪਿਆਰੇ। ਗੁਰੂ ਦੇ ਸੇਵਕ, ਸਿੱਖ, ਸਖਾ, ਮਿੱਤਰ। ਅਜਰ ਜਰਨ ਕੋ ਪਾਵੈ ਸੋਈ। ਕਹਿੰਦੇ ਉਹਨਾਂ ਵਿੱਚੋਂ ਇਹ ਵਸਤੂ ਉਹਨੂੰ ਮਿਲੇਗੀ ਜਿਹੜਾ ਅਜਰ ਨੂੰ ਜਰਨ ਵਾਲਾ ਹੋਵੇਗਾ, ਜਿਹੜਾ ਅਜਰ ਨੂੰ ਜਰ ਲੇਗਾ। ਅਜਰ ਜਰਨਾ ਬੜਾ ਔਖਾ ਹੈ। ਪਾਵਰ ਹੱਥ ਵਿੱਚ ਆਈ ਹੋਵੇ, ਹਰ ਕੋਈ ਬੰਦਾ ਦਿਖਾਉਂਦਾ, ਤੇ ਪਾਵਰ ਨੂੰ, ਸ਼ਕਤੀ ਨੂੰ ਜਰ ਲੈਣਾ, ਉਹ ਕੋਈ ਹੋਵੇਗਾ ਤੇ ਜਰ ਲੇਗਾ। ਹਾਂਜੀ, ਰੱਬ ਕੀ ਕਿਰਪਾ ਜਾਸ ਪਰ ਹੋਏ। ਜੇ ਤੇ ਮਹਾਰਾਜ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਵੇਗੀ ਨਾ, ਉਹ ਇਸ ਗੁਰਤਾ ਗੱਦੀ ਤੇ ਬਿਰਾਜੇਗਾ। ਛਲ ਬਲ ਆਦਿ ਮਤ ਬਹੁ ਕਰਨੀ। ਕੋਈ ਚਲਾਕੀਆਂ, ਹੁਸ਼ਿਆਰੀਆਂ, ਛਲ ਬਲ, ਸਿਆਣਪਾਂ ਜਿੰਨੀਆਂ ਮਰਜ਼ੀ ਹੋਵੇ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇੱਥੇ ਕੋਈ ਸਿਆਣਪ ਚਤੁਰਾਈ ਨਹੀਂ ਚੱਲੇਗੀ। ਜਤਨ ਅਨੇਕਨ ਬਹੁ ਬਿਦ ਪਰਨੀ। ਬਹੁਤ ਪ੍ਰਕਾਰ ਦੇ ਯਤਨ ਜਿਹੜੇ ਕਹੇ ਗਏ ਨੇ, ਬਈ ਕਰਦੇ ਆ, ਸੇਵਾ ਕਰਦੇ ਆ, ਲੰਗਰ ਦਾ ਪ੍ਰਬੰਧ ਠੀਕ ਹੈ, ਬਾਬਾ ਸੂਰਜਮਲ ਜੀ ਦੀ ਸੇਵਾ ਹੈ, ਪਰ ਜਿਹੜੀ ਗੱਲ ਗੁਰਦਿਆਈ ਦੀ ਹੈ ਉਹ ਕੁਝ ਹੋਰ ਹੈ। ਉੱਥੇ ਅਪੜਨਾ, ਜਿਹਨੂੰ ਵਾਹਿਗੁਰੂ ਚਾਹੇਗਾ ਉਸ ਪਦਵੀ ਤੱਕ ਅਪੜੇਗਾ। ਹਾਂਜੀ, ਇਹ ਕਿਸਹੂ ਕੇ ਹੱਥ ਨ ਆਵੈ। ਇਹ ਕਿਸੇ ਦੇ ਹੱਥ ਸੇਵਾ ਕਰਕੇ ਜਾਂ ਕਹਿ ਲਓ ਵੀ ਕੋਈ ਸਿਆਣਪ ਕਰਕੇ ਹੱਥ ਆਉਣ ਵਾਲੀ ਚੀਜ਼ ਨਹੀਂ ਹੈ। ਕਰਹਿ ਖੋਟ ਜੋ ਤਸ ਫਲ ਪਾਵੈ। ਤੇ ਜੇ ਧੀਰਮਲ ਦੀ ਤੁਸੀਂ ਮਿਸਾਲ ਦਿੰਦੇ ਹੋ, ਜਿਹੋ ਜੀ ਖੋਟ ਕਰਦਾ ਉਹੋ ਜਿਹਾ ਫਲ ਪਾਵੇਗਾ। ਇਮ ਕਹਿ ਕੇ ਪਤ ਬ੍ਰਤਾ ਸੁਦਾਰਾ। ਇਸ ਤਰ੍ਹਾਂ ਮਹਾਰਾਜ ਨੇ ਆਪਣੀ ਧਰਮ ਪਤਨੀ ਮਾਤਾ ਜੀ, ਜੋ ਬਹੁਤ ਹੀ ਪਤੀਵਰਤਾ, ਜਪੀ ਤਪੀ ਪਵਿੱਤਰ ਆਤਮਾ ਸਨ, ਮਾਤਾ ਮਹਾਂਦੇਵੀ ਜੀ, ਪਾਕਿਸਤਾਨ ਦੇ ਵਿੱਚ ਮੰਡਿਆਲੀ ਪਿੰਡ ਹੈ, ਉੱਥੇ ਸਾਧ ਸੰਗਤ ਜੀ ਮਹਾਰਾਜ ਜਾ ਰਹੇ ਸਨ ਜਦੋਂ ਕਸ਼ਮੀਰ ਮਾਈ ਭਾਗ ਭਰੀ ਦਾ ਚੋਲਾ ਲੈਣ ਵਾਸਤੇ। ਉੱਥੇ ਸਤਿਗੁਰੂ ਜੀ ਚੋਆ ਸਾਹਿਬ ਪ੍ਰਗਟ ਕੀਤਾ ਸੀ, ਸਥਾਨ ਹੈ ਉੱਥੇ। ਹੁਣ ਤਾਂ ਉਹ ਪਾਕਿਸਤਾਨ 'ਚ ਹੋਣ ਕਰਕੇ ਗੁਰੂ ਘਰਾਂ ਦੀ ਸੇਵਾ ਪਿੰਡਾਂ ਵਿੱਚ ਨਹੀਂ ਹੋ ਰਹੀ, ਪਰ ਪਹਿਲਾਂ ਬਹੁਤ ਵੱਡਾ ਸਥਾਨ ਸੀ। ਸਾਡੇ ਅੰਬਾਲੇ ਲਾਗੇ ਉੱਥੋਂ ਦੇ ਸਿੰਘ ਆਏ ਹੋਏ ਨੇ, ਉਹਨਾਂ ਨੇ ਇੱਥੇ ਛੇਵੀਂ ਪਾਤਸ਼ਾਹੀ ਦਾ ਉਹ ਗੁਰਦੁਆਰਾ ਚਟਾਲਾ ਸਾਹਿਬ ਇੱਥੇ ਬਣਾਇਆ ਹੋਇਆ ਯਾਦ ਵਿੱਚ, ਪਰ ਅਸਲ ਉੱਥੇ ਉਸ ਪਿੰਡ ਦਾ, ਮਾਤਾ ਜੀ ਦੇ ਪੇਕਿਆਂ ਦਾ। ਉੱਥੋਂ ਦੀ ਸੰਗਤ ਨੇ ਬੇਨਤੀ ਕੀਤੀ ਸੀ, ਮਹਾਰਾਜ ਆਪ ਜੀ ਆਏ ਹੋ, ਸਾਡੀ ਇਹ ਬੱਚੀ ਜਿਹੜੀ ਹੈ, ਜਦੋਂ ਜੰਮੀ ਸੀ ਅਸੀਂ ਇਹ ਅਰਦਾਸ ਕੀਤੀ ਸੀ ਵੀ ਗੁਰੂ ਸਾਹਿਬ ਦੇ ਚਰਨਾਂ ਦੀ ਦਾਸੀ ਬਣਾਵਾਂਗੇ। ਮਹਾਰਾਜ ਕਹਿੰਦੇ ਸਾਡੇ ਤਾਂ 2 ਆਨੰਦ ਕਾਰਜ ਪਹਿਲਾਂ ਹੀ ਹੋਏ ਆ। ਉਹ ਕਹਿੰਦੇ ਮਹਾਰਾਜ ਹੁਣ ਇਹਦੇ ਨਾਲ ਕੋਈ ਹੋਰ ਆਨੰਦ ਕਾਰਜ ਕਰਾ ਨਹੀਂ ਸਕਦਾ। ਕਿਉਂ? ਸੰਗਤਾਂ ਇਹਨੂੰ ਮਾਤਾ ਜੀ ਕਹਿਣ ਲੱਗ ਪਈਆਂ ਨੇ, ਤੁਹਾਡੇ ਨਾਲ ਇਹਦਾ ਰਿਸ਼ਤਾ ਜੁੜਿਆ ਤੇ ਤੁਸੀਂ ਇਹਨੂੰ ਅੰਗੀਕਾਰ ਕਰੋ। ਮਾਤਾ ਜੀ ਮਹਾਂਦੇਵੀ ਜੀ ਦਾ ਉਦੋਂ ਵਿਆਹ ਹੋਇਆ ਸੀ
ਤੇ ਉਹਨਾਂ ਤੋਂ ਕੁੱਖ ਤੋਂ ਬਾਬਾ ਸੂਰਜਮਲ ਜੀ ਸਾਹਿਬਜ਼ਾਦੇ ਪੈਦਾ ਹੋਏ ਸਨ, ਜਿਨ੍ਹਾਂ ਦੀ ਅੰਸ-ਬੰਸ ਹੁਣ ਸ੍ਰੀ ਅਨੰਦਪੁਰ ਸਾਹਿਬ ਵਾਲੇ ਸੋਢੀ ਸਾਹਿਬ ਹਨ। ਉਹ ਅੰਸ-ਬੰਸ ਚੱਲੀ ਆਉਂਦੀ, ਉਹਨਾਂ ਦਾ ਪਰਿਵਾਰ ਅੱਗੇ ਦੀ ਅੱਗੇ। ਤੋ ਉਹ ਕਥਾ ਸਾਧ ਸੰਗਤ ਜੀ ਹੁਣ ਮਾਤਾ ਨਾਨਕੀ ਜੀ ਵੀ ਸਵਾਲ ਕਰਨਗੇ ਅਤੇ ਮਹਾਰਾਜ ਉਹਨਾਂ ਨੂੰ ਵੀ ਸੰਤੋਖ ਦੇਣਗੇ। ਆਪਾਂ ਅੱਗੇ ਕਥਾ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ